मेरा दागिस्तान दा लेखक रसूल हमजा तोब दा अगला विषय है मां बोली। तसादा दा कब्रिस्तान सफेद कफन नाल हनेरे च टके, प्यारे हमसायो कबरां च हो दफन पए, तुसी ओ नेड़े फिर भी घर ना परतोगे, मुड़िया मैं घर दूर दूर जा किते किते। तू वधदा जाए तेरियां हद्दां फैल गईयां, तंग हुंदा जांदा तेरा हर एक कोना है मैनू पता कि एक दिन ऐसा आएगा जद आखिर मैनू इत्थे पैना सौना है। दूर किते जा गोली वजी सीने ते, पिंडों दूर जख्मी हो मर गए किते, कबरां तेरियां कब्रिस्तान तसादा दे फैलियां किनियां दूर दूर परे किते। ठंडियां थावां हुण तां गर्म परदेसां ते, वरदी अग जिथे हिम तूफान चले, लोकी आउंदे लैके फुੱਲ प्यारां दे, शरदा वाले सीस हो झुकाण पए। जंग दे समय पिंड सोवियत विच एक बहुत वड्डा नक्शा टंगिया होया सी। उस वक्त सारे देश 'ਚ इस तरह के बहुत सारे नक्शे टंगे हुए सन। आम तौर ते उत्थे लाल झंडियां दे रूप 'ਚ मोर्चे दी रेखा बनाई जांदी सी। साडे नक्शे उत्ते भी झंडियां बणीਆਂ होईयां सन, पर उन्हां दा मकसद होर सी। ਇਹ ਝੰਡੀਆਂ ਉਹਨਾਂ ਥਾਵਾਂ ਤੇ ਗੱਡੀਆਂ ਗਈਆਂ ਸਨ ਜਿੱਥੇ ਸਾਡੇ ਤਸਾਦਾਵਾਸੀ ਰਣ ਖੇਤਰ 'ਚ ਜੂਝ ਮਰੇ ਸਨ। ਅਨੇਕ ਝੰਡੀਆਂ ਸਨ ਨਕਸ਼ੇ ਉੱਤੇ, ਉਨੀਆਂ ਹੀ ਜਿੰਨੀਆਂ ਮਾਵਾਂ ਦੇ ਦਿਲ ਇਹਨਾਂ ਤਿੱਖੇ ਸੂਇਆਂ ਨਾਲ ਜ਼ਖਮੀ ਹੋਏ ਸਨ। ਹਾਂ, ਤਸਾਦਾ ਦਾ ਕਬਰਿਸਤਾਨ ਕੋਈ ਛੋਟਾ ਨਹੀਂ ਸੀ। ਪਤਾ ਨਹੀਂ ਲੱਗਾ ਕਿ ਸਾਰਾ ਪਿੰਡ ਵੀ ਕੋਈ ਛੋਟਾ ਪਿੰਡ ਨਹੀਂ ਸੀ। ਪੁੱਤਰਾਂ ਦੀ ਯਾਦ 'ਚ ਤੜਫਣ ਵਾਲੀਆਂ ਮਾਵਾਂ ਨਜ਼ੂਮ ਲਾਉਣ ਵਾਲੀਆਂ ਕੋਲ ਜਾਂਦੀਆਂ, ਨਜ਼ੂਮ ਲਾਉਣ ਵਾਲੀਆਂ ਪਹਾੜਾਂ ਨੂੰ ਤਸੱਲੀ ਦਿੰਦੀਆਂ, ਵੇਖੋ ਇਹ ਰਾਹ, ਇਹ ਹੈ ਮੋਰਚਾ, ਇਹ ਹੈ ਫਤਿਹ, ਤੇਰਾ ਪੁੱਤਰ ਤੇਰੇ ਕੋਲ ਮੁੜ ਆਏਗਾ, ਸ਼ਾਂਤੀ ਤੇ ਅਮਨ ਚੈਨ ਹੋ ਜਾਏਗਾ। ਨਜ਼ੂਮ ਲਾਉਣ ਵਾਲੀਆਂ ਚਲਾਕੀ ਤੋਂ ਕੰਮ ਲੈਂਦੀਆਂ, ਪਰ ਫਤਿਹ ਬਾਰੇ ਉਹਨਾਂ ਨੇ ਗਲਤੀ ਨਹੀਂ ਕੀਤੀ। ਰਈ ਖਸਤਾਗ ਦੀ ਕੰਧ ਉੱਤੇ ਹੋਰ ਬਹੁਤ ਕੁਝ ਲਿਖੇ ਹੋਏ ਦੇ ਨਾਲ ਨਾਲ ਸੰਗੀਨ ਨਾਲੇ ਵੀ ਉਕਰਿਆ ਹੈ, ਅਸੀਂ ਦਾਗਿਸਤਾਨੀ ਹਾਂ। ਮੁੜ ਕੇ ਬੁੱਢੇ ਔਰਤਾਂ ਤੇ ਬੱਚੇ ਆਪਣੇ ਘਰਾਂ ਦੀਆਂ ਛੱਤਾਂ ਤੇ ਖਲੋ ਕੇ ਦੂਰ ਤੱਕ ਨਜ਼ਰ ਦੜਾਉਂਦੇ ਸਨ, ਪਰ ਹੁਣ ਉਹ ਆਪਣੇ ਸੂਰਮਿਆਂ ਨੂੰ ਵਿਦਾ ਨਹੀਂ ਕਰਦੇ ਸਨ, ਸਗੋਂ ਉਹਨਾਂ ਦਾ ਸਵਾਗਤ ਕਰਦੇ ਸਨ। ਪਹਾੜੀ ਰਾਹਾਂ ਉੱਤੇ ਲੋਕਾਂ ਦੀਆਂ ਕਤਾਰਾਂ ਨਹੀਂ ਸਨ, ਉਹ ਗਏ ਤਾਂ ਇਕੱਠੇ ਸਨ ਪਰ ਮੁੜਦੇ ਇਕੱਲੇ ਹੀ ਪਏ ਸਨ। ਕੁਝ ਔਰਤਾਂ ਨੇ ਆਪਣੇ ਸਿਰਾਂ ਉੱਤੇ ਚਮਕੀਲੇ ਤੇ ਹੋਰ ਕਾਲੇ ਰੁਮਾਲ ਬੰਨੇ ਹੋਏ ਸਨ। ਮੁੜ ਕੇ ਆਉਣ ਵਾਲੇ ਜਵਾਨਾਂ ਕੋਲੋਂ ਦੂਸਰਿਆਂ ਦੀਆਂ ਮਾਵਾਂ ਪੁੱਛਦੀਆਂ ਸਨ, ਮੇਰਾ ਉਮਾਰ ਕਿੱਥੇ? ਤੂੰ ਮੇਰੇ ਅਲੀ ਨੂੰ ਤੇ ਨਹੀਂ ਵੇਖਿਆ? ਮੇਰਾ ਮੁਹੰਮਦ ਛੇਤੀ ਮੁੜ ਆਏਗਾ ਨਾ? ਤੇ ਮੇਰੇ ਮਾਤਾ ਜੀ ਨੇ ਵੀ ਆਪਣੇ ਸਿਰ ਤੇ ਕਾਲਾ ਰੁਮਾਲ ਬੰਨਿਆ ਸੀ। ਉਹਨਾਂ ਦੇ 2 ਪੁੱਤਰ, ਮੇਰੇ 2 ਭਰਾ ਮੁਹੰਮਦ ਤੇ ਅਖੀਲ ਜੀ ਮੋਰਚੇ ਤੋਂ ਨਹੀਂ ਮੁੜੇ ਸਨ। ਉਹਨਾਂ ਵਿੱਚੋਂ ਅਨੇਕਾਂ ਵਾਪਸ ਆ ਗਏ ਸਨ, ਜਿਨ੍ਹਾਂ ਨੂੰ ਮਾਤਾ ਜੀ ਆਪਣੀਆਂ ਖਿੜਕੀਆਂ ਵਿੱਚੋਂ ਨੀਜ਼ਨੀ ਵਿੱਚ ਖੇਡਦਿਆਂ ਵੇਖਦੇ ਰਹਿੰਦੇ ਸਨ। ਉਹ ਨਹੀਂ ਮੁੜੇ ਜਿਨ੍ਹਾਂ ਦੇ ਬਾਰੇ ਨਜ਼ੂਮ ਲਾਉਣ ਵਾਲੀਆਂ ਨੇ ਛੇਤੀ ਮੁੜ ਆਉਣ ਦੀ ਭਵਿੱਖਬਾਣੀ ਕੀਤੀ ਸੀ। ਸਾਡੇ ਛੋਟੇ ਜਿਹੇ ਪਿੰਡ 'ਚ 100 ਬੰਦੇ ਨਹੀਂ ਮੁੜੇ। ਪੂਰੇ ਦਾਗਿਸਤਾਨ 'ਚ 1 ਲੱਖ ਲੋਕੀ ਮੁੜ ਕੇ ਘਰ ਨਹੀਂ ਆਏ। ਮੈਂ ਨਕਸ਼ੇ ਉੱਤੇ ਲੱਗੀਆਂ ਝੰਡੀਆਂ ਵੇਖਦਾ, ਥਾਵਾਂ ਦੇ ਨਾਮ ਪੜ੍ਹਦਾ, ਹਮਵਤਨਾਂ ਦੇ ਨਾਂ ਯਾਦ ਕਰਦਾ। ਮੁਹੰਮਦ ਗਾਜ਼ੀਏਵ ਬਾਰਿੰਦ ਸੇਵ ਸਾਗਰ ਵਿੱਚ ਹੀ ਰਹਿ ਗਿਆ। ਟੈਂਕਚੀ ਮੁਹੰਮਦ ਜਾਗੀਦ ਅਬਦੁਲ ਮਾਨਾਪੋਵ ਸਿੰਫਰੋਪੋਲ ਵਿੱਚ ਸ਼ਹੀਦ ਹੋਇਆ। ਮਸ਼ੀਨ ਗਨ ਚਲਾਉਣ ਵਾਲਾ ਖਾਨਾ ਪਾਸ਼ਾ ਨੂਰਾਦੀਲੋਵ, ਜਿਹੜਾ ਚੇਚੇਨ ਨਸਲ ਦਾ ਸੀ ਪਰ ਦਾਗਿਸਤਾਨ ਦਾ ਪੁੱਤਰ ਸੀ, ਸਟਾਲਿਨਗਰਾਦ ਵਿੱਚ ਰਣ ਖੇਤਰ 'ਚ ਜੂਝ ਮੋਇਆ ਸੀ। ਬਹਾਦਰ ਕਾਮਾਲੋਵ ਨੇ ਇਟਲੀ 'ਚ ਛਾਪਾਮਾਰਾਂ ਦੀ ਅਗਵਾਈ ਕਰਦਿਆਂ ਸ਼ਹੀਦੀ ਜਾਮ ਪੀਤਾ ਸੀ। ਹਰ ਪਿੰਡ 'ਚ ਪਿਰਾਮਿਡ ਯਾਦਗਾਰਾਂ ਖਲੋਤੀਆਂ ਸਨ, ਉਹਨਾਂ ਉੱਤੇ ਨਾਂ ਹੀ ਨਾਂ ਲਿਖੇ ਸਨ। ਉਹਨਾਂ ਦੇ ਕੋਲ ਪਹੁੰਚ ਕੇ ਪਹਾੜੀ ਲੋਕ ਘੋੜਿਆਂ ਤੋਂ ਹੇਠਾਂ ਲੈ ਜਾਂਦੇ ਹਨ। ਪੈਦਲ ਤੁਰਨ ਵਾਲੇ ਆਪਣੇ ਸਿਰਾਂ ਤੋਂ ਸਮੂਰ ਦੀ ਟੋਪੀ ਲਾ ਲੈਂਦੇ ਸਨ। ਪਹਾੜਾਂ 'ਚ ਸ਼ਹੀਦਾਂ ਦੇ ਨਾਂ ਵਾਲੇ ਚਸ਼ਮੇ ਵਹਿੰਦੇ ਹਨ। ਬਜ਼ੁਰਗ ਲੋਕ ਚਸ਼ਮਿਆਂ ਦੇ ਕੋਲ ਬਹਿੰਦੇ ਹਨ ਕਿਉਂਕਿ ਉਹ ਪਾਣੀ ਦੀ ਭਾਸ਼ਾ ਸਮਝਦੇ ਹਨ। ਹਰ ਘਰ 'ਚ ਬਹੁਤ ਹੀ ਸਤਿਕਾਰ ਭਰੇ ਥਾਂ ਉੱਤੇ ਉਹਨਾਂ ਦੀਆਂ ਤਸਵੀਰਾਂ ਲਟਕੀਆਂ ਹੋਈਆਂ ਹਨ, ਜਿਨ੍ਹਾਂ ਨੇ ਚਿਰਾਂ ਤੱਕ ਜਵਾਨ ਤੇ ਚਿਰਾਂ ਤੱਕ ਖੂਬਸੂਰਤ ਬਣਿਆ ਰਹਿਣਾ ਹੈ। ਜਦੋਂ ਕਦੇ ਮੈਂ ਦੂਰ ਦੁਰਾਡੇ ਦੇ ਕਿਸੇ ਸਫ਼ਰ ਤੋਂ ਮੁੜਦਾ ਤਾਂ ਕੁਝ ਮਾਵਾਂ ਦਿਲ 'ਚ ਛੁਪੀ ਆਸ ਲਈ ਮੈਨੂੰ ਪੁੱਛਦੀਆਂ ਹਨ, ਮੇਰੇ ਪੁੱਤਰ ਨਾਲ ਸਬੱਬੀ ਕਿਤੇ ਮੇਲ ਤਾਂ ਨਹੀਂ ਹੋਇਆ? ਇਸੇ ਤਰ੍ਹਾਂ ਮਨ 'ਚ ਆਸ ਤੇ ਕਸਕ ਲਈ ਉਹ ਸਾਰਸਾਂ ਦੇ ਲੰਮੇ ਕਾਫਲਿਆਂ ਨੂੰ ਵੇਖਦੀਆਂ ਰਹਿੰਦੀਆਂ ਹਨ। ਮੈਂ ਵੀ ਆਪਣੇ ਕੋਲੋਂ ਉੱਡੇ ਜਾਂਦੇ ਸਾਰਸਾਂ ਉੱਤੋਂ ਆਪਣੀ ਨਜ਼ਰ ਹਟਾ ਸਕਦਾ ਹਾਂ। ਅਗਲਾ ਵਿਸ਼ਾ ਹੈ ਸਾਰਸ।
ਕਦੇ ਕਦੇ ਲੱਗਦਾ ਹੈ ਉਹ ਸੂਰੇ ਰੱਤੀ ਭੋਂ ਤੋਂ ਜੋ ਮੁੜ ਨਾ ਆਏ, ਮਰੇ ਨਹੀਂ ਬਣ ਸਾਰੇ ਸਾਰਸ, ਉੱਡੇ ਗਗਨੀ ਉਹਨਾਂ ਖੰਭ ਫਲਾਏ। ਉੱਡਣ ਲੰਮੀਆਂ ਮੰਜ਼ਲਾਂ ਤੈਅ ਕਰਦੇ ਤੇ ਜਿਉਂ ਬੋਲਣ ਨਾ ਕਿਸੇ ਦੇ, ਸ਼ਾਇਦ ਇਸੇ ਬੋਲੀ ਦੇ ਨਾਲ ਸ਼ਬਦ ਸਾਡੇ ਬੋਲੀ ਦੇ ਮਿਲਦੇ। ਸਾਰਸ ਦਲ ਨਾਲ ਉੱਡ ਜਾਵਾਂਗਾ, ਨੀਲੇ ਗਗਨੀ ਉਹ ਦਿਨ ਆਏਗਾ, ਧਰਤ ਦੇ ਪਿੱਛੇ ਰਹਿ ਗਿਆ ਨੂੰ ਸਾਰਸਾਂ ਵਾਂਗੂ ਮਾਰਾਂਗਾ ਆਵਾਜ਼ਾਂ। ਸਾਰਸ ਉੱਡਦੇ ਹਨ, ਘਾਹ ਉੱਚਾ ਹੁੰਦਾ ਹੈ, ਪੰਘੂੜੇ ਝੁਟਾਏ ਜਾਂਦੇ ਹਨ। ਮੇਰੇ ਘਰ 'ਚ ਵੀ ਤਿੰਨਾਂ ਨੂੰ ਪੰਘੂੜੇ 'ਚ ਝੁਟਾਇਆ ਗਿਆ। ਮੇਰੇ ਘਰ 3 ਧੀਆਂ ਨੇ ਜਨਮ ਲਿਆ, ਕਿਸੇ ਹੋਰ ਦੇ 2-4, ਕਿਸੇ ਹੋਰ ਦੇ 10 ਤੇ ਕਿਸੇ ਹੋਰ ਦੇ 15 ਬੱਚਿਆਂ ਨੇ ਜਨਮ ਲਿਆ। ਤਾਂ ਸਾਦਾ ਪਿੰਡ ਵਿੱਚ 100 ਪੰਘੂੜੇ ਝੁਟਾਏ ਜਾਂਦੇ ਹਨ। ਜਨਮ ਦਰ ਦੇ ਪੱਖੋਂ ਦਾਗਿਸਤਾਨ ਦਾ ਰੂਸੀ ਸੰਘ 'ਚ ਪਹਿਲਾ ਥਾਂ ਹੈ। ਅਸੀਂ 15 ਲੱਖ ਹੋ ਗਏ। ਜਿੰਨੇ ਜ਼ਿਆਦਾ ਲੋਕ ਹੁੰਦੇ ਹਨ ਉਨੇ ਜ਼ਿਆਦਾ ਵਿਆਹ ਹੁੰਦੇ ਹਨ, ਜਿੰਨੇ ਜ਼ਿਆਦਾ ਵਿਆਹ ਹੁੰਦੇ ਹਨ ਉਨੇ ਹੀ ਜ਼ਿਆਦਾ ਲੋਕ। ਪਹਾੜੀ ਲੋਕਾਂ 'ਚ ਕਿਹਾ ਜਾਂਦਾ ਹੈ ਕਿ 3 ਮਾਮਲਿਆਂ 'ਚ ਕਦੇ ਵੀ ਚਿਰ ਨਹੀਂ ਲਾਉਣਾ ਚਾਹੀਦਾ। ਜਦੋਂ ਮੁਰਦੇ ਨੂੰ ਦਫਨਾਉਣਾ ਹੋਵੇ, ਜਦੋਂ ਮਹਿਮਾਨ ਨੂੰ ਰੋਟੀ ਖਵਾਉਣੀ ਹੋਵੇ ਤੇ ਜਦੋਂ ਜਵਾਨ ਧੀ ਦਾ ਵਿਆਹ ਕਰਨਾ ਹੋਵੇ। ਇਹ 3 ਮਾਮਲਿਆਂ 'ਚ ਦਾਗਿਸਤਾਨ 'ਚ ਕਦੇ ਵੀ ਦੇਰ ਨਹੀਂ ਹੋਣ ਦਿੰਦਾ। ਲੋ ਢੋਲ ਢਮ ਕਰਨ ਲੱਗ ਪਿਆ, ਜ਼ੁਰਨਾ ਝੰਝਣਾ ਉੱਠਿਆ ਤੇ ਵਿਆਹ ਸ਼ੁਰੂ ਹੋ ਗਏ ਹਨ। ਸ਼ਰਾਬ ਦਾ ਪਹਿਲਾ ਹਾੜਾ ਚੁੱਕ ਕੇ ਕਾਮਨਾ ਕੀਤੀ ਜਾਂਦੀ ਹੈ, ਵਹੁਟੀ ਪੁੱਤਰ ਜੰਮੇ। 3 ਹੋਰ ਚੀਜ਼ਾਂ ਵੀ ਹਨ ਜਿਹੜੀਆਂ ਪਹਾੜੀ ਲੋਕਾਂ ਨੂੰ ਜ਼ਰੂਰ ਹੀ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਸ਼ਰਾਬ ਦੇ ਭਰੇ ਹੋਏ ਸਿੰਘ ਨੂੰ ਪੀਣਾ ਚਾਹੀਦਾ ਹੈ, ਆਪਣੇ ਨਾਂ ਨੂੰ ਦਾਗ ਨਹੀਂ ਲੱਗਣ ਦੇਣਾ ਚਾਹੀਦਾ ਤੇ ਔਖੀ ਇਮਤਿਹਾਨ ਦੀ ਘੜੀ ਹੌਸਲਾ ਨਹੀਂ ਛੱਡਣਾ ਚਾਹੀਦਾ। ਪਹਾੜੀ ਲੋਕਾਂ ਨੂੰ ਕਾਫੀ ਪਰਖ ਅਜ਼ਮਾਇਸ਼ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸਮਤ ਦੇ ਹਥੌੜੇ ਨੇ ਦਾਗਿਸਤਾਨ ਦੇ ਘਰਾਂ ਨੂੰ ਤੋੜਨ ਲਈ ਕੋਈ ਘੱਟ ਸੱਟਾਂ ਨਹੀਂ ਮਾਰੀਆਂ, ਉਹਨਾਂ ਨੇ ਉਹਨਾਂ ਸੱਟਾਂ ਨੂੰ ਸਹਿ ਲਿਆ। ਵੈਸੇ ਸੰਸਾਰ 'ਚ ਅੱਜ ਵੀ ਸ਼ਾਂਤੀ ਨਹੀਂ। ਸਾਡੀ ਪ੍ਰਿਥਵੀ ਉੱਤੇ ਕਦੇ ਇੱਥੇ ਕਦੇ ਉੱਥੇ ਗੋਲਾਬਾਰੀ ਹੋਣ ਲੱਗ ਪੈਂਦੀ ਹੈ, ਬੰਬ ਫਟਦੇ ਹਨ। ਹਮੇਸ਼ਾ ਵਾਂਗ ਅੱਜ ਵੀ ਮਾਵਾਂ ਆਪਣੇ ਬੱਚਿਆਂ ਨੂੰ ਛਾਤੀ ਨਾਲ ਘੁੱਟ ਲੈਂਦੀਆਂ ਹਨ। ਜਦੋਂ ਆਕਾਸ਼ ਮੀਂਹ ਵਰਾਉਣ ਵਾਲੀਆਂ ਘਟਾਵਾਂ ਛਾ ਜਾਂਦੀਆਂ ਹਨ ਤਾਂ ਕਿਸਾਨ ਵੱਢੀ ਹੋਈ ਫਸਲ ਨੂੰ ਸਮੇਟਣ ਵਾਸਤੇ ਖੇਤਾਂ ਵੱਲ ਭੱਜਦੇ ਹਨ, ਤੇ ਜਦੋਂ ਸਾਡੀ ਪ੍ਰਿਥਵੀ ਉੱਤੇ ਖਤਰੇ ਦੇ ਬੱਦਲ ਮੰਡਰਾਉਣ ਲੱਗਦੇ ਹਨ ਤਾਂ ਲੋਕ ਸ਼ਾਂਤੀ ਦੀ ਰਾਖੀ ਕਰਨ ਲਈ ਉਹਨੂੰ ਜੰਗ ਦੇ ਖਤਰੇ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹਨ। ਦਾਗਿਸਤਾਨ 'ਚ ਕਿਹਾ ਜਾਂਦਾ ਹੈ ਲੜਾਕੇ ਸਾਂਝ ਦੇ ਸਿੰਘ ਵੱਢ ਦਿੱਤੇ ਜਾਂਦੇ ਹਨ ਤੇ ਵੱਢਣ ਵਾਲੇ ਕੁੱਤੇ ਨੂੰ ਜੰਜੀਰ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਹੈ। ਜੇ ਸਾਡੀ ਦੁਨੀਆ ਵਿੱਚ ਵੀ ਅਜਿਹੀ ਰੀਤ ਪਰੰਪਰਾ ਹੁੰਦੀ ਤਾਂ ਜਿਉਣਾ ਸੌਖਾ ਹੁੰਦਾ। ਹੁਣ ਛੋਟਾ ਜਿਹਾ ਦਾਗਿਸਤਾਨ ਇੰਨੀ ਵੱਡੀ ਦੁਨੀਆ ਦੇ ਬਾਰੇ ਚਿੰਤਾ ਕਰਦਾ ਹੋਇਆ ਜਿਉਂਦਾ ਹੈ। ਪਹਿਲੇ ਵੇਲਿਆਂ 'ਚ ਪਹਾੜੀ ਲੋਕ ਜਦੋਂ ਕਿਤੇ ਧਾਵਾ ਬੋਲਣ ਲਈ ਜਾਂਦੇ ਸਨ ਤਾਂ ਨਵੇਂ ਗੱਭਰੂ ਸੂਰਮਿਆਂ ਨੂੰ ਆਪਣੇ ਨਾਲ ਨਹੀਂ ਲੈਂਦੇ ਸਨ, ਪਰ ਸ਼ਮੀਲ ਨੇ ਆਖਿਆ ਕਿ ਇੰਜ ਕਰਨਾ ਚਾਹੀਦਾ ਹੈ। ਚੀਚੀ ਉਂਗਲੀ ਬਹੁਤ ਛੋਟੀ ਹੁੰਦੀ ਹੈ ਪਰ ਉਹਦੇ ਬਿਨਾਂ ਮਜ਼ਬੂਤ ਘਸੁੰਨ ਨਹੀਂ ਬਣਦਾ। ਸਾਡੇ ਦੇਸ਼ ਦੇ ਵੱਡੇ ਤੇ ਭਾਰੀ ਘਸੁੰਨ ਵਿੱਚ ਦਾਗਿਸਤਾਨ ਬੇਸ਼ੱਕ ਚੀਚੀ ਉਂਗਲੀ ਜਿਹਾ ਹੀ ਹੋਵੇ, ਪਰ ਸਾਡੇ ਦੁਸ਼ਮਣ ਆਪਣੀ ਅੱਡੀ ਚੋਟੀ ਦਾ ਜ਼ੋਰ ਲਾ ਕੇ ਵੀ ਇਸ ਘਸੁੰਨ ਨੂੰ ਕਮਜ਼ੋਰ ਨਹੀਂ ਕਰ ਸਕਣਗੇ। ਇਹ ਘਸੁੰਨ ਤਾਂ ਦੁਸ਼ਮਣਾਂ ਲਈ ਹੈ, ਪਰ ਦੋਸਤ ਦੇ ਮੋਢੇ ਉੱਤੇ ਤਾਂ ਚੌੜੀ ਤਲੀ ਹੀ ਟਿਕੀ ਰਹਿੰਦੀ ਹੈ। ਇਸ ਤਲੀ ਵਿੱਚ ਵੀ ਚੀਚੀ ਉਂਗਲੀ ਹੁੰਦੀ ਹੈ। ਜਦੋਂ ਮੈਂ ਵਿਦੇਸ਼ਾਂ 'ਚ ਜਾਂਦਾ ਤਾਂ ਸਭ ਤੋਂ ਪਹਿਲਾਂ ਕਵੀਆਂ ਤੇ ਸ਼ਾਇਰਾਂ ਨਾਲ ਜਾਣ ਪਛਾਣ ਕਰਦਾ। ਗੀਤ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਇਸ ਤੋਂ ਇਲਾਵਾ ਮੈਂ ਹਮਵਤਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦਾ ਜੇ ਉਹ ਉੱਥੇ ਹੋਣ। ਬੇਸ਼ੱਕ ਇਹ ਸਹੀ ਹੈ ਕਿ ਵਿਦੇਸ਼ਾਂ 'ਚ ਹਮਵਤਨ ਵੀ ਵੱਖ-ਵੱਖ ਤਰ੍ਹਾਂ ਦੇ ਹਨ, ਪਰ ਹਮਵਤਨਾਂ ਵੱਲ ਘਮੰਡ ਨੂੰ ਮੈਂ ਇਸ ਕਰਕੇ ਬਰਦਾਸ਼ਤ ਨਹੀਂ ਕਰ ਸਕਦਾ ਕਿ ਉਹ ਵੱਖ-ਵੱਖ ਤਰ੍ਹਾਂ ਦੇ ਹਨ। ਮੇਰੀ ਉਹਨਾਂ ਨਾਲ ਤੁਰਕੀ, ਸੀਰੀਆ ਤੇ ਪੱਛਮੀ ਜਰਮਨੀ 'ਚ ਤੇ ਕਿੰਨੀਆਂ ਹੀ ਦੂਸਰੀਆਂ ਥਾਵਾਂ ਤੇ ਮੁਲਾਕਾਤ ਹੋਈ ਹੈ। ਕੁਝ ਦਾਗਿਸਤਾਨੀ ਤਾਂ ਸ਼ਮੀਲ ਦੇ ਵਕਤ ਹੀ ਆਪਣੀ ਮਾਤ ਭੂਮੀ ਤੋਂ ਦੂਰ ਚਲੇ ਗਏ ਸਨ। ਉਹ ਆਪਣੇ ਘਰ-ਬਾਰ ਛੱਡ ਕੇ ਉਸ ਸੁੱਖ ਦੀ ਤਲਾਸ਼ ਚਲੇ ਗਏ ਸਨ ਜਿਹੜੇ ਉਹਨਾਂ ਨੂੰ ਆਪਣੇ ਵਤਨ 'ਚ ਨਹੀਂ ਮਿਲਿਆ ਸੀ। ਦੂਸਰੇ ਇਸ ਲਈ ਚਲੇ ਗਏ ਕਿ ਉਹਨਾਂ ਨੇ ਇਨਕਲਾਬ ਨੂੰ ਨਹੀਂ ਸਮਝਿਆ, ਜਾਂ ਸਮਝ ਗਏ ਪਰ ਡਰ ਗਏ। ਕੁਝ ਅਜਿਹੇ ਸਨ ਜਿਨ੍ਹਾਂ ਨੂੰ ਖੁਦ ਇਨਕਲਾਬ ਨੇ ਹੀ ਬਾਹਰ ਕੱਢ ਦਿੱਤਾ ਸੀ। ਚੌਥੀ ਕਿਸਮ ਦੇ ਲੋਕ ਵੀ ਸਨ ਜਿਹੜੇ ਇੱਕਦਮ ਤੁੱਛ ਤਰਸ ਤੇ ਪਾਤਰ ਤੇ ਭਟਕੇ ਹੋਏ ਹਨ। ਇਹਨਾਂ ਨੇ ਮਹਾਨ ਦੇਸ਼ ਭਗਤ ਜੰਗ ਵਿੱਚ ਮਾਤ ਭੂਮੀ ਨਾਲ ਗੱਦਾਰੀ ਕੀਤੀ ਸੀ। ਵੱਖ-ਵੱਖ ਤਰ੍ਹਾਂ ਦੇ ਦਾਗਿਸਤਾਨੀਆਂ ਨੂੰ ਮਿਲਿਆ। ਮੈਂ ਤੁਰਕੀ ਵਿੱਚ ਤਾਂ ਦਾਗਿਸਤਾਨੀ ਪਿੰਡ ਵਿੱਚ ਵੀ ਗਿਆ ਸੀ। ਸਾਡੇ ਪਾਸੇ ਵੀ ਇੱਧਰ ਇੱਕ ਛੋਟਾ ਜਿਹਾ ਦਾਗਿਸਤਾਨ ਹੈ। ਇਸ ਪਿੰਡ ਦੇ ਵਾਸੀਆਂ ਨੇ ਮੈਨੂੰ ਕਿਹਾ, ਤੁਸੀਂ ਠੀਕ ਨਹੀਂ ਕਹਿ ਰਹੇ, ਦਾਗਿਸਤਾਨ ਤਾਂ ਸਿਰਫ ਇੱਕ ਹੀ ਹੈ, 2 ਦਾਗਿਸਤਾਨ ਨਹੀਂ ਹੋ ਸਕਦੇ। ਫਿਰ ਤੁਹਾਡੇ ਖਿਆਲ 'ਚ ਅਸੀਂ ਕੌਣ ਹਾਂ, ਕਿੱਥੋਂ ਆਏ ਹਾਂ? ਹਾਂ, ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ? ਅਸੀਂ ਕਾਰਾਤ, ਬਤਲੂਖ, ਖੁੰਜ, ਆਕੂਸ਼, ਕੁਮੁਖ, ਚੋਕ ਤੇ ਸੋਗਰਾਤਲ ਦੇ ਰਹਿਣ ਵਾਲੇ ਹਾਂ।
ਅਸੀਂ ਦਾਗਿਸਤਾਨ ਦੇ ਵੱਖ-ਵੱਖ ਪਿੰਡਾਂ ਤੋਂ ਆਏ ਹਾਂ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਉਹ ਜਿਹੜੇ ਸਾਡੇ ਪਿੰਡ ਦੇ ਕਬਰਿਸਤਾਨ 'ਚ ਹਮੇਸ਼ਾ ਲਈ ਸੁੱਤੇ ਪਏ ਨੇ, ਅਸੀਂ ਵੀ ਇੱਕ ਛੋਟਾ ਜਿਹਾ ਦਾਗਿਸਤਾਨ ਆ। ਤੁਸੀਂ ਕਦੇ ਸੀ, ਕੁਝ ਅਜੇ ਵੀ ਦਾਗਿਸਤਾਨੀ ਬਣੇ ਰਹਿਣਾ ਚਾਹੁੰਦੇ ਨੇ, ਸ਼ਾਇਦ ਇਹ ਵੀ ਦਾਗਿਸਤਾਨੀ ਨੇ। ਮੈਂ ਗੋਦਸਿੰਸਕੀ, ਅਲੀ ਖਾਨੋਵ ਤੇ ਉਜ਼ੂਨ ਹਾਜੀ ਦੀਆਂ ਤਸਵੀਰਾਂ ਵੱਲ ਇਸ਼ਾਰਾ ਕਰਦਿਆਂ ਪੁੱਛਿਆ, ਜੇ ਦਾਗਿਸਤਾਨੀ ਨਹੀਂ ਤਾਂ ਕੌਣ ਨੇ? ਇਹ ਸਾਡੇ ਹੀ ਲੋਕਾਂ ਵਿੱਚੋਂ ਨੇ, ਸਾਡੀ ਬੋਲੀ ਬੋਲਦੇ ਨੇ। ਦਾਗਿਸਤਾਨ ਇਹਨਾਂ ਦੀ ਬੋਲੀ ਨਹੀਂ ਸਮਝ ਸਕਿਆ ਤੇ ਇਹ ਦਾਗਿਸਤਾਨ ਦੀ। ਹਰ ਕੋਈ ਆਪਣੇ ਢੰਗ ਨਾਲ ਦਾਗਿਸਤਾਨ ਨੂੰ ਸਮਝਦਾ ਹੈ। ਹਰ ਕਿਸੇ ਦੇ ਦਿਲ 'ਚ ਆਪਣੇ ਦਾਗਿਸਤਾਨ ਹੈ, ਪਰ ਦਾਗਿਸਤਾਨ ਹਰ ਕਿਸੇ ਨੂੰ ਆਪਣਾ ਪੁੱਤਰ ਨਹੀਂ ਮੰਨਦਾ। ਕਿਹਨੂੰ ਮੰਨਦਾ? ਉੱਥੇ ਆਓ ਜਿੱਥੇ ਸਾਡੇ ਬੱਚਿਆਂ ਦੇ ਪੰਘੂੜੇ ਝੁਟਾਏ ਜਾਂਦੇ ਨੇ। ਉੱਥੇ ਸਾਡੇ ਬਾਰੇ ਕੀ ਆਖਿਆ ਜਾਂਦਾ ਹੈ? ਅਜਿਹੇ ਪੱਥਰ ਜਿਹੜੇ ਦਾਗਿਸਤਾਨ ਦੀ ਉਸਾਰੀ ਵੇਲੇ ਉਹਦੀ ਇਮਾਰਤ ਦੀ ਦੀਵਾਰ 'ਚ ਨਹੀਂ ਚਿਣੇ ਜਾ ਸਕੇ ਤੇ ਵਾਧੂ ਪਏ ਰਹੇ। ਅਜਿਹੇ ਪੱਤੇ ਜਿਨ੍ਹਾਂ ਨੂੰ ਪਤਝੜ ਦੀ ਹਵਾ ਉਡਾ ਕੇ ਲੈ ਗਈ। ਅਜਿਹੇ ਤਾਰ ਜਿਹੜੇ ਪੰਦੂਰੇ ਦੀਆਂ ਮੁੱਖ ਤਾਰਾਂ ਦੇ ਨਾਲ ਹੀ ਇੱਕ ਹੀ ਸੁਰ 'ਚ ਨਹੀਂ ਵੱਜ ਸਕੇ। ਤਾਂ ਫਿਰ ਇੰਜ ਕੀਤੀਆਂ ਗੱਲਾਂ ਮੈਂ ਵਿਦੇਸ਼ਾਂ 'ਚ ਰਹਿੰਦੇ ਹਮਵਤਨਾਂ ਨਾਲ, ਉਹਨਾਂ 'ਚ ਅਮੀਰ ਵੀ ਹਨ, ਗਰੀਬ ਵੀ, ਦਿਆਲੂ ਵੀ, ਕਰੋਧੀ ਵੀ, ਇਮਾਨਦਾਰ ਤੇ ਬੇਈਮਾਨ ਵੀ, ਧੋਖੇ 'ਚ ਆਉਣ ਵਾਲੇ ਵੀ ਤੇ ਧੋਖਾ ਦੇਣ ਵਾਲੇ ਵੀ। ਉਹਨਾਂ ਨੇ ਮੇਰੇ ਸਾਹਮਣੇ ਲੇਜ਼ਗੀਕਾ ਨਾਚ ਨੱਚਿਆ, ਪਰ ਡਫਲੀ ਪਰਾਈ ਸੀ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਦਾਗਿਸਤਾਨ 'ਚ ਅਸੀਂ 15 ਲੱਖ ਹਾਂ ਤੇ ਉਹਨਾਂ ਲੋਕਾਂ ਨੂੰ ਨਹੀਂ ਗਿਣਦੇ ਜਿਨ੍ਹਾਂ ਦਾ ਉੱਪਰ ਜ਼ਿਕਰ ਕੀਤਾ ਗਿਆ ਹੈ। ਜਦੋਂ ਮੈਂ ਸੀਰੀਆ ਤੋਂ ਰਵਾਨਾ ਹੋ ਰਿਹਾ ਸੀ ਤਾਂ ਇੱਕ ਅਵਾਰ ਔਰਤ ਮੈਨੂੰ ਲਗਾਤਾਰ ਇਹ ਜ਼ੋਰ ਦੇ ਕੇ ਕਹਿ ਰਹੀ ਸੀ ਕਿ ਮੈਂ ਗੇਰਗੇਬਿਲ ਪਿੰਡ 'ਚ ਗੁਬਾਨੀਆਂ ਦੇ ਰੁੱਖ ਨੂੰ ਹੱਥਾਂ ਨਾਲ ਛੋਹ ਕੇ ਨਮਸਤੇ ਕਹਾਂ। ਸੰਗਮਰਮਰ ਸਾਗਰ ਦੇ ਤੱਟ ਉੱਤੇ ਅਵਾਰ ਨਸਲ ਦੇ ਕੁਝ ਬੱਚਿਆਂ ਨੇ, ਜਿਨ੍ਹਾਂ ਦਾ ਪਿਤਾ ਹੱਜ ਕਰਨ ਲਈ ਮੱਕੇ ਗਿਆ ਸੀ, ਮੈਨੂੰ ਕਿਹਾ, ਸਾਡੇ ਲਈ ਤਾਂ ਦਾਗਿਸਤਾਨ ਹੀ ਮੱਕਾ ਹੈ। ਮੱਕੇ ਜਾ ਕੇ ਆਉਣ ਵਾਲੇ ਨੂੰ ਹਾਜੀ ਆਖਿਆ ਜਾਂਦਾ ਹੈ, ਪਰ ਸਾਡੇ ਲਈ ਤਾਂ ਹੁਣ ਉਹ ਹਾਜੀ ਹੈ ਜਿਹਨੂੰ ਦਾਗਿਸਤਾਨ ਜਾ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੋਵੇ। ਮੱਖਾ ਚੱਕਲਾ ਵਿੱਚ ਮੇਰੇ ਕੋਲ ਇੱਕ ਅਜਿਹਾ ਹੀ ਹਾਜੀ ਆਇਆ ਜਿਹੜਾ 40 ਸਾਲ ਤੱਕ ਆਪਣੀ ਮਾਤ ਭੂਮੀ ਤੋਂ ਦੂਰ ਰਿਹਾ ਸੀ। ਹਾਂ, ਮੈਂ ਉੱਥੇ ਸਭ ਕੁਝ ਦੱਸਾਂਗਾ ਤਾਂ ਲੋਕ ਯਕੀਨ ਨਹੀਂ ਕਰਨਗੇ, ਪਰ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਆਖਾਂਗਾ, ਦਾਗਿਸਤਾਨ ਕਾਇਮ ਹੈ। ਮੇਰਾ ਦਾਗਿਸਤਾਨ ਕਾਇਮ ਹੈ। ਇਹ ਜਨਤੰਤਰ ਹੈ, ਇਸ 'ਚ ਜਨਗਣ ਹਨ, ਭਾਸ਼ਾ ਹੈ, ਨਾਂ ਹੈ, ਰਸਮ ਰਿਵਾਜ ਹਨ। ਇਹੋ ਜਿਹੀ ਹੈ ਦਾਗਿਸਤਾਨ ਦੀ ਕਿਸਮਤ। ਵਿਆਹ ਹੁੰਦੇ ਹਨ, ਪੰਘੂੜੇ ਝੁਟਾਏ ਜਾਂਦੇ ਹਨ, ਜਾਮ ਚੁੱਕੇ ਜਾਂਦੇ ਹਨ, ਗਾਣੇ ਗਾਏ ਜਾਂਦੇ ਹਨ। ਸ਼ਬਦ। ਅਵਾਰ ਭਾਸ਼ਾ 'ਚ ਮਿਲਤ ਸ਼ਬਦ ਦੇ ਦੋ ਅਰਥ ਹਨ, ਨਸਲ ਤੇ ਚਿੰਤਾ। ਜਿਹੜਾ ਆਪਣੀ ਨਸਲ ਦੀ ਚਿੰਤਾ ਨਹੀਂ ਕਰਦਾ ਉਹ ਸਾਰੀ ਦੁਨੀਆ ਦੀ ਚਿੰਤਾ ਨਹੀਂ ਕਰ ਸਕਦਾ। ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸਨ, ਭਲਾ ਨਸਲ ਨੂੰ ਉਹਦੀ ਚਿੰਤਾ ਕਰਨੀ ਚਾਹੀਦੀ ਹੈ ਜਿਹੜਾ ਨਸਲ ਦੀ ਚਿੰਤਾ ਨਹੀਂ ਕਰਦਾ। ਅਬੂ ਤਾਲਿਬ ਨੇ ਸਵਾਲ ਕੀਤਾ ਸੀ। ਲੱਗਦਾ ਹੈ ਵੀ ਕੁਕੜੀਆਂ, ਹੰਸ ਤੇ ਚੂਹਿਆਂ ਦੀ ਨਸਲ ਨਹੀਂ ਹੁੰਦੀ, ਪਰ ਲੋਕਾਂ ਦੀ ਨਸਲ ਹੋਣੀ ਚਾਹੀਦੀ ਹੈ। ਮੇਰੇ ਮਾਤਾ ਜੀ ਕਹਿੰਦੇ ਹੁੰਦੇ ਸੀ, ਇੱਕ ਨਸਲ ਤੇ ਦੋ ਜਨਤੰਤਰ ਹੁੰਦੇ ਹਨ, ਜਿਵੇਂ ਸਾਡੇ ਉਸ ਸੇਤੀ ਗੁਆਂਢੀਆਂ ਦੇ ਹਨ ਇੱਕ ਜਨਤੰਤਰ ਤੇ ਉਸ 'ਚ 40 ਨਸਲਾਂ ਵੀ ਹੁੰਦੀਆਂ ਹਨ। ਬੋਲੀਆਂ ਤੇ ਨਸਲਾਂ ਦਾ ਤਾਂ ਇੱਕ ਪੂਰਾ ਢੇਰ ਹੀ। ਕਿਸੇ ਰਾਹੀ ਨੇ ਦਾਗਿਸਤਾਨ ਦੇ ਬਾਰੇ ਕਿਹਾ ਸੀ, 1000 ਸਿਰਾਂ ਵਾਲਾ ਅਜਗਰ ਦੁਸ਼ਮਣ ਦਾਗਿਸਤਾਨ ਦੇ ਬਾਰੇ ਕਹਿੰਦੇ ਸਨ। ਅਨੇਕਾਂ ਟਹਿਣਿਆਂ ਵਾਲਾ ਰੁੱਖ ਦਾਗਿਸਤਾਨ ਦੇ ਬਾਰੇ ਮਿੱਤਰ ਕਹਿੰਦੇ ਹਨ। ਬੇਸ਼ੱਕ ਦਿਨੇ ਵੀ ਦੀਵਾ ਲੈ ਕੇ ਸਾਰੀ ਦੁਨੀਆ 'ਚ ਢੂੰਡ ਆਓ, ਕਿਤੇ ਵੀ ਅਜਿਹੀ ਥਾਂ ਨਹੀਂ ਮਿਲੇਗੀ ਜਿੱਥੇ ਇੰਨੇ ਘੱਟ ਲੋਕ ਤੇ ਇੰਨੀਆਂ ਜ਼ਿਆਦਾ ਨਸਲਾਂ ਹੋਣ। ਸੈਲਾਨੀਆਂ ਨੇ ਇਹ ਰਾਏ ਜ਼ਾਹਰ ਕੀਤੀ ਸੀ। ਅਬੂ ਤਾਲਿਬ ਨੂੰ ਇਹ ਜ਼ਾਹਰ ਕਰਨਾ ਪਸੰਦ ਸੀ। ਅਸੀਂ ਜਾਰਜੀਆਈ ਸੱਭਿਆਚਾਰ ਦੇ ਵਿਕਾਸ ਲਈ ਬੜਾ ਹਿੱਸਾ ਪਾਇਆ ਹੈ। ਇਹ ਤੁਸੀਂ ਆਖਦੇ ਪਏ ਹੋ, ਉਹਨਾਂ ਦਾ ਸੱਭਿਆਚਾਰ ਤਾਂ ਹਜ਼ਾਰਾਂ ਸਾਲ ਪੁਰਾਣਾ ਹੈ। ਪ੍ਰਸਿੱਧ ਜਾਰਜੀਆਈ ਕਵੀ ਸ਼ੋਤਾ ਰੁਸਤਾਵੇਲੀ ਤਾਂ 800 ਸਾਲ ਪਹਿਲਾਂ ਹੋਏ ਸਨ, ਜਦਕਿ ਅਸੀਂ ਕੁਝ ਹੀ ਸਾਲ ਪਹਿਲਾਂ ਲਿਖਣਾ ਸਿੱਖਿਆ। ਭਲਾ ਅਸੀਂ ਉਹਨਾਂ ਦੀ ਮਦਦ ਕਿਵੇਂ ਕੀਤੀ? ਅਸੀਂ ਇਸ ਤਰ੍ਹਾਂ ਮਦਦ ਕੀਤੀ, ਸਾਡੇ ਹਰ ਪਿੰਡ ਦੀ ਆਪਣੀ ਭਾਸ਼ਾ ਹੈ। ਸਾਡੇ ਜਾਰਜੀਆਈ ਗੁਆਂਢੀਆਂ ਨੇ ਇਹਨਾਂ ਭਾਸ਼ਾਵਾਂ ਦਾ ਅਧਿਐਨ ਤੇ ਉਹਨਾਂ ਦੀ ਤੁਲਨਾ ਕਰਨ ਦਾ ਨਿਰਣਾ ਕੀਤਾ। ਖੋਜ ਕਰਨ ਵਾਲਿਆਂ ਨੇ ਇਹਨਾਂ ਦੇ ਬਾਰੇ ਲੇਖ ਤੇ ਵਿਗਿਆਨਕ ਪੁਸਤਕਾਂ ਲਿਖੀਆਂ। ਉਹ ਵਿਦਵਾਨ ਬਣ ਗਏ। ਉਹਨਾਂ ਨੇ PhD ਤੇ D.Litt ਦੀਆਂ ਉਪਾਧੀਆਂ ਪ੍ਰਾਪਤ ਕਰ ਲਈਆਂ। ਜੇ ਪੂਰੇ ਦਾਗਿਸਤਾਨ 'ਚ ਇੱਕ ਹੀ ਭਾਸ਼ਾ ਹੁੰਦੀ ਤਾਂ ਭਲਾ ਉਹਨਾਂ ਕੋਲ ਭਾਸ਼ਾ ਵਿਗਿਆਨ ਦੇ ਇੰਨੇ ਡਾਕਟਰ ਹੋ ਸਕਦੇ ਸਨ। ਤਾਂ ਇੰਜ ਕੀਤੀ ਅਸੀਂ ਉਹਨਾਂ ਦੀ ਮਦਦ। ਹਾਂ, ਦਾਗਿਸਤਾਨ ਦੀਆਂ ਭਾਸ਼ਾਵਾਂ ਦੇ ਵਿਆਕਰਨ, ਵਾਕ ਬੁਣਤੀ, ਉਚਾਰਨ ਤੇ ਸ਼ਬਦਕੋਸ਼ ਦੇ ਬਾਰੇ ਸਭ ਤਰ੍ਹਾਂ ਦੀਆਂ ਪੁਸਤਕਾਂ ਲਿਖੀਆਂ ਜਾਂਦੀਆਂ ਹਨ। ਇੱਥੇ ਕੰਮ ਕਰਨ ਲਈ ਬੜੀ ਸਮੱਗਰੀ ਹੈ। ਵਿਦਵਾਨੋਂ ਤਸ਼ਰੀਫ ਲਿਆਓ, ਤੁਹਾਡੇ ਤੇ ਤੁਹਾਡੇ ਬੱਚਿਆਂ ਲਈ ਵੀ ਕਾਫੀ ਕੰਮ ਹੈ। ਵਿਦਵਾਨ ਆਪਸ 'ਚ ਬਹਿਸ ਕਰਦੇ ਹਨ। ਕੁਝ ਕਹਿੰਦੇ ਹਨ ਕਿ ਦਾਗਿਸਤਾਨ 'ਚ ਇੰਨੀਆਂ ਭਾਸ਼ਾਵਾਂ ਹਨ ਤੇ ਕੁਝ ਕਹਿੰਦੇ ਹਨ ਕਿ ਇੰਨੀਆਂ।
ਕੁਝ ਕਹਿੰਦੇ ਹਨ ਕਿ ਇਹਨਾਂ ਭਾਸ਼ਾਵਾਂ ਦਾ ਜਨਮ ਇਸ ਤਰ੍ਹਾਂ ਹੋਇਆ, ਕੁਝ ਕਹਿੰਦੇ ਇਸ ਤਰ੍ਹਾਂ। ਇਹਨਾਂ ਦੇ ਮਤਭੇਦਾਂ ਤੇ ਸਬੂਤਾਂ 'ਚ ਬਹੁਤ ਸਾਰੇ ਵਿਰੋਧਾਭਾਸ ਹਨ, ਪਰ ਮੈਂ ਤਾਂ ਸਿਰਫ ਇੰਨਾ ਜਾਣਦਾ ਕਿ ਸਾਡੇ ਵੱਲ ਇੱਕ ਗੱਡੇ ਉੱਤੇ 5 ਬੋਲੀਆਂ ਬੋਲਣ ਵਾਲੇ ਲੋਕ ਯਾਤਰਾ ਕਰਦੇ ਵੇਖੇ ਜਾ ਸਕਦੇ ਹਨ। ਜੇ ਕਿਸੇ ਚੁਰਾਹੇ ਉੱਤੇ 5 ਗੱਡੇ ਰੁਕ ਜਾਣ ਤਾਂ ਉੱਥੇ 30 ਬੋਲੀਆਂ ਵੀ ਸੁਣੀਆਂ ਜਾ ਸਕਦੀਆਂ ਹਨ। ਜਦੋਂ ਉਲੂਬੀ ਬੁਇਨਾਕਾਸਕੀ ਦੀ ਅਗਵਾਈ 'ਚ ਪਾਰਟੀ ਦੇ ਗੁਪਤ ਸੰਗਠਨ ਦੇ ਮੈਂਬਰਾਂ ਨੂੰ, ਜਿਨ੍ਹਾਂ ਦੀ ਗਿਣਤੀ 6 ਸੀ, ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ ਤਾਂ ਉਹਨਾਂ ਨੇ 5 ਵੱਖ-ਵੱਖ ਭਾਸ਼ਾਵਾਂ 'ਚ ਦੁਸ਼ਮਣ ਨੂੰ ਸਰਾਪ ਦਿੱਤਾ ਸੀ। ਉਲੂਬੀ ਬੁਇਨਾਕਾਸਕੀ ਨੇ ਕੁਮਿਕ ਭਾਸ਼ਾ 'ਚ, ਸੈयद ਅਬਦੁਲ ਗਾਲੀਮੋਵ ਨੇ ਅਵਾਰ ਭਾਸ਼ਾ 'ਚ, ਅਬਦੁਲ ਵਾਗਾਬ ਗਾਜ਼ੀਏਵ ਨੇ ਦਾਰਗੀਨ ਭਾਸ਼ਾ 'ਚ, ਅਜ਼ੀਦ ਅਲਾਲੋਗਲੀ ਨੇ ਕੁਮਿਕ ਭਾਸ਼ਾ 'ਚ, ਅਬਦੁਲ ਰਹਿਮਾਨ ਇਸਮਾइलोव ने लेज़गीन भाषा ਤੇ ओस्कार लेशचिंस्की ने रूसी भाषा 'ਚ। ਦਾਗਿਸਤਾਨੀ ਲੇਖਕ ਮੁਹੰਮਦ ਸੁਲੇਮਾਨੋਵ ਨੇ ਦਾਗਿਸਤਾਨ ਦੀਆਂ 15 ਵੱਖ-ਵੱਖ ਨਸਲਾਂ ਦੇ 15 ਮੁਹੰਮਦਾਂ ਦੇ ਬਾਰੇ 15 ਦਿਲਚਸਪ ਕਹਾਣੀਆਂ ਲਿਖੀਆਂ। ਇਹਨਾਂ ਕਹਾਣੀਆਂ ਦੇ ਸੰਕਲਨ ਦਾ ਨਾਮ ਵੀ ਇਹੀ ਹੈ, 15 ਮੁਹੰਮਦ। ਰੂਸੀ ਲੇਖਕ ਦਮਿਤਰੀ ਤਰਾਨੋਵ ਨੇ ਇੱਕ ਅਜਿਹੀ ਸਮੂਹਿਕ ਫਾਰਮ ਦੇ ਬਾਰੇ ਸ਼ਬਦ ਚਿੱਤਰ ਲਿਖਿਆ ਜਿੱਥੇ 32 ਨਸਲਾਂ, ਨੀਮ ਨਸਲਾਂ ਦੇ ਲੋਕ ਕੰਮ ਕਰਦੇ ਹਨ। ਇਫੰਦੀ ਕਾਪੀਏਵ ਦੀ ਨੋਟਬੁੱਕ 'ਚ ਲਿਖਿਆ ਹੋਇਆ ਹੈ ਕਿ ਕਿਵੇਂ ਉਹ ਤੇ 3 ਹੋਰ ਦਾਗਿਸਤਾਨੀ ਲੇਖਕ ਸੁਲੇਮਾਨੀ ਸਤਾਲਸਕੀ, ਹਮਜ਼ਾਤ ਤਸਾਦਸਾ ਤੇ ਅਬਦੁਲ ਮੁਹੰਮਦ ਦੇ ਰੇਲ ਗੱਡੀ ਦੇ 21 ਕੈਬਨ 'ਚ ਸੋਵੀਅਤ ਸੰਘ ਦੇ ਲੇਖਕਾਂ ਦੀ ਪਹਿਲੀ ਕਾਂਗਰਸ 'ਚ ਹਿੱਸਾ ਲੈਣ ਲਈ ਮਾਸਕੋ ਗਏ। ਦਾਗਿਸਤਾਨ ਦੇ ਸਾਰੇ ਲੋਕ ਕਵੀ 3 ਦਿਨ 3 ਰਾਤਾਂ ਤੱਕ ਗੱਡੀ 'ਚ ਸਫ਼ਰ ਕਰਦੇ ਰਹੇ, ਪਰ ਇੱਕ ਦੂਸਰੇ ਨਾਲ ਗੱਲਬਾਤ ਨਹੀਂ ਕਰ ਸਕੇ। ਹਰੇਕ ਦੀ ਆਪਣੀ ਭਾਸ਼ਾ ਸੀ। ਇਸ਼ਾਰਿਆਂ ਨਾਲ ਇੱਕ ਦੂਜੇ ਨੂੰ ਆਪਣੀ ਗੱਲ ਸਮਝਾਉਂਦੇ ਸਨ ਤੇ ਬੜੀ ਮੁਸ਼ਕਲ ਨਾਲ ਇੱਕ ਦੂਜੇ ਨੂੰ ਸਮਝ ਸਕਦੇ ਸਨ। ਛਾਪਾ ਮਾਰਾਂ ਨਾਲ ਬਿਤਾਏ ਆਪਣੇ ਜੀਵਨ ਦੀ ਚਰਚਾ ਕਰਦਿਆਂ ਹੋਇਆਂ ਅਬੂ ਤਾਲਬ ਨੇ ਲਿਖਿਆ ਹੈ, ਦਲੀਏ ਦੀ ਇੱਕ ਦੇਗ ਦੇ ਦੁਆਲੇ 20 ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਆਟੋ ਦੀ ਇੱਕ ਬੋਰੀ 20 ਨਸਲਾਂ 'ਚ ਵੰਡੀ ਜਾਂਦੀ ਸੀ। ਸਾਡੇ ਵੱਲ ਨੀਜ਼ਨੀ ਜੇਨਗੁਤਾਈ ਤੇ ਵੇਰਖਨੀ ਜੇਨਗੁਤਾਈ ਨਾਂ ਦੇ ਪਿੰਡ ਹਨ। ਉਹਨਾਂ ਵਿਚਕਾਰ 3 ਕਿਲੋਮੀਟਰ ਦਾ ਫਾਸਲਾ ਹੈ। ਨੀਜ਼ਨੀ ਜੇਨਗੁਤਾਈ ਵਿੱਚ ਕੁਮਿਕ ਭਾਸ਼ਾ ਬੋਲੀ ਜਾਂਦੀ ਹੈ ਤੇ ਵੇਰਖਨੀ ਜੇਨਗੁਤਾਈ 'ਚ ਅਵਾਰ। ਦਾਰਗੀਨ ਨਸਲ ਦੇ ਲੋਕਾਂ ਦਾ ਕਹਿਣਾ ਹੈ ਕਿ ਮੇਗੇਵ ਵਿੱਚ ਦਾਰਗੀਨ ਰਹਿੰਦੇ ਹਨ ਤੇ ਅਵਾਰ ਨਸਲ ਵਾਲੇ ਕਹਿੰਦੇ ਹਨ ਅਵਾਰ ਰਹਿੰਦੇ ਹਨ, ਪਰ ਖੁਦ ਮੇਗੇਬ ਵਾਸੀਆਂ ਦਾ ਹੀ ਕਹਿਣਾ ਕਿ ਉਹਨਾਂ ਦਾ ਕਹਿਣਾ ਕਿ ਅਸੀਂ ਨਾ ਤਾਂ ਦਾਰਗੀਨ ਹਾਂ ਨਾ ਹੀ ਅਵਾਰ, ਅਸੀਂ ਤਾਂ ਮੇਗੇਬੀ ਹਾਂ। ਸਾਡੀ ਆਪਣੀ ਮੇਗੇਬੀ ਭਾਸ਼ਾ ਹੈ। ਮੇਗੇਬ ਤੋਂ 7 ਕਿਲੋਮੀਟਰ ਦੂਰ ਜਾਣ ਤੇ ਅਸੀਂ ਚੋਖ ਪਿੰਡ 'ਚ ਪਹੁੰਚ ਜਾਂਦੇ ਹਾਂ। ਮੇਗੇਬੀ ਭਾਸ਼ਾ ਨਾਲ ਉੱਥੇ ਨਾ ਜਾਓ ਕਿਉਂਕਿ ਚੋਖ ਦੀ ਆਪਣੀ ਭਾਸ਼ਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕੁਬਾਰੀ ਤੇ ਸੁਨਿਆਰਿਆਂ ਦੀ ਕਲਾ ਇਸ ਕਰਕੇ ਬਹੁਤ ਅਰਸੇ ਤੱਕ ਯਕੀਨੀ ਤੌਰ ਤੇ ਗੁਪਤ ਬਣੀ ਰਹੀ, ਕੋਈ ਵੀ ਉਹਨਾਂ ਦੀ ਭਾਸ਼ਾ ਨਹੀਂ ਸਮਝ ਸਕਦਾ ਸੀ। ਜੇ ਕੋਈ ਭੇਤ ਖੋਲ੍ਹਣਾ ਵੀ ਚਾਹੁੰਦਾ ਤਾਂ ਕਿਹਦੇ ਕੋਲ ਖੋਲ੍ਹਦਾ। ਇਹ ਵੀ ਕਿਹਾ ਜਾ ਸਕਦਾ ਹੈ ਕਿ ਖੰਜੂ ਦੇ ਖਾਨ ਨੇ ਇਸ ਉਦੇਸ਼ ਨਾਲ ਗੀਦਾਤਲੀ ਵਿੱਚ ਆਪਣੇ ਜਸੂਸ ਭੇਜਿਆ ਕਿ ਉੱਥੋਂ ਦੀਆਂ ਭਾਸ਼ਾਵਾਂ ਤੇ ਬਾਜ਼ਾਰਾਂ ਵਿੱਚ ਜਾ ਕੇ ਲੋਕਾਂ ਦੀਆਂ ਸਾਰੀਆਂ ਗੱਲਾਂ ਸੁਣੇ ਤਾਂ ਕਿ ਪਤਾ ਲਾ ਸਕੇ ਕਿ ਗੀਦਾਤਲੀ ਦੇ ਲੋਕ ਕੀ ਸੋਚਦੇ ਆ। ਜਸੂਸ ਬਹੁਤ ਛੇਤੀ ਵਾਪਸ ਆਇਆ, ਸਾਰਾ ਕੁਝ ਪਤਾ ਕਰ ਆਇਆ, ਕੁਝ ਵੀ ਪਤਾ ਨਹੀਂ ਕਰ ਸਕਿਆ। ਉਹਨੇ ਕਿਹਾ, ਕਿਉਂ? ਉੱਥੇ ਹਰ ਕੋਈ ਆਪਣੀ ਬੋਲੀ ਬੋਲਦਾ ਹੈ, ਉਹਨਾਂ ਦੀਆਂ ਬੋਲੀਆਂ ਸਾਡੀ ਸਮਝ 'ਚ ਨਹੀਂ ਪੈਂਦੀਆਂ। ਇੱਕ ਪਹਾੜੀਆ ਆਪਣੇ ਵਾਸਤੇ ਲਬਾਦਾ ਖਰੀਦਣ ਦੇ ਖਿਆਲ ਨਾਲ ਆਂਦੀ ਪਿੰਡ ਗਿਆ। ਉਹਨੇ ਲਬਾਦਾ ਪਸੰਦ ਕੀਤਾ, ਕੀਮਤ ਪੁੱਛੀ, ਭਾਅ ਕਰਨ ਲੱਗਾ। ਭਾਅ ਹੁੰਦਾ ਰਿਹਾ। ਅਚਾਨਕ ਆਂਦੀ ਪਿੰਡ ਦੇ ਦੁਕਾਨਦਾਰ ਆਪਣੀ ਭਾਸ਼ਾ 'ਚ ਬੋਲਣ ਲੱਗ ਪਏ। ਗਾਹਕ ਪਹਾੜੀਏ ਨੂੰ ਇਤਰਾਜ਼ ਕਰਦਿਆਂ ਹੋਇਆਂ ਕਿਹਾ, ਕਿਉਂ? ਜੋ ਮੈਂ ਗਾਹਕ ਹਾਂ, ਇਸ ਲਈ ਤੁਹਾਨੂੰ ਅਜਿਹੀ ਭਾਸ਼ਾ 'ਚ ਗੱਲ ਕਰਨੀ ਚਾਹੀਦੀ ਹੈ ਜਿਹੜੀ ਮੇਰੀ ਸਮਝ 'ਚ ਆ ਸਕੇ। ਅਸੀਂ ਤੇਰੀ ਭਾਸ਼ਾ 'ਚ ਉਦੋਂ ਗੱਲ ਕਰਾਂਗੇ ਜਦੋਂ ਤੂੰ ਸਾਡੀ ਦੱਸੀ ਕੀਮਤ ਮਨਜ਼ੂਰ ਕਰ ਲਏਗਾ। ਹਾਂ, ਇਹ ਸੱਚ ਹੈ ਕਿ ਆਂਦੀ ਪਿੰਡ ਦੇ ਲੋਕਾਂ ਨੇ ਵਪਾਰ 'ਚ ਅਜੇ ਤੱਕ ਕਦੇ ਮਾਰ ਨਹੀਂ ਖਾਧੀ। ਕਿਸੇ ਪਹਾੜੀਏ ਨੂੰ ਇੱਕ ਹਸੀਨਾ ਨਾਲ ਮੁਹੱਬਤ ਹੋ ਗਈ। ਉਹਨੇ ਇਸ ਸੁੰਦਰੀ ਨੂੰ ਇਹ ਪਾਵਨ ਸ਼ਬਦ ਲਿਖੇ, ਮੈਂ ਤੈਨੂੰ ਪਿਆਰ ਕਰਦਾ। ਲਿਖਣ ਦਾ ਨਿਰਣਾ ਕੀਤਾ, ਪਰ ਚਿੱਠੀ ਦੇ ਰੂਪ 'ਚ ਨਹੀਂ, ਸਗੋਂ ਉਸ ਥਾਂ ਜਿੱਥੇ ਉਹ ਮੁਟਿਆਰ ਆਉਂਦੀ ਜਾਂਦੀ ਹੋਵੇ ਤੇ ਜਿੱਥੇ ਉਹਦੀ ਪ੍ਰੇਮ ਭਾਵਨਾ ਦਾ ਪ੍ਰਗਟਾਵਾ ਵੇਖ ਸਕਦੀ ਹੋਵੇ। ਉਹਨੇ ਉਪਰੋਕਤ ਸ਼ਬਦਾਂ ਨੂੰ ਕਿਸੇ ਚਟਾਨ ਚਸ਼ਮੇ ਵੱਲ ਜਾਣ ਵਾਲੀ ਪਗਡੰਡੀ ਉੱਪਰ ਉਹਦੇ ਘਰ ਦੀ ਦੀਵਾਰ ਆਪਣੇ ਪੰਦੂਰਾ ਵਾਜੇ ਤੇ ਲਿਖਣ ਦਾ ਨਿਰਣਾ ਕੀਤਾ। ਇਸ ਵਿੱਚ ਵੀ ਕੋਈ ਵੱਖਰੀ ਗੱਲ ਨਹੀਂ ਸੀ, ਪਰ ਇਸ ਪ੍ਰੇਮੀ ਦੇ ਮਨ 'ਚ ਸਨਕ ਆ ਗਈ ਕਿ ਇਹਨਾਂ ਸ਼ਬਦਾਂ ਨੂੰ ਉਹ ਦਾਗਿਸਤਾਨ ਦੀਆਂ ਸਾਰੀਆਂ ਭਾਸ਼ਾਵਾਂ 'ਚ ਲਿਖੇ। ਇਸੇ ਮਨੋਰਥ ਨਾਲ ਆਪਣੇ ਰਾਹ ਤੁਰ ਪਿਆ। ਉਹਦਾ ਖਿਆਲ ਸੀ ਕਿ ਉਹਦੀ ਇਹ ਯਾਤਰਾ ਬਹੁਤ ਲੰਮੀ ਨਹੀਂ ਰਹੇਗੀ, ਪਰ ਅਸਲ 'ਚ ਉਹਨੇ ਇਹ ਵੇਖਿਆ ਕਿ ਹਰ ਪਿੰਡ ਵਿੱਚ ਇਹਨਾਂ ਸ਼ਬਦਾਂ ਨੂੰ ਆਪਣੇ ਢੰਗ ਨਾਲ ਕਿਹਾ ਜਾਂਦਾ ਹੈ। ਅਵਾਰ ਭਾਸ਼ਾ 'ਚ ਇੱਕ ਢੰਗ ਨਾਲ, ਲੇਜ਼ਗੀਨੀ 'ਚ ਦੂਜੇ ਢੰਗ ਨਾਲ, ਲਾਸਕੀ ਵਿੱਚ
ਤੀਜੇ ਢੰਗ ਨਾਲ ਤੇ ਦਾਰਸਿੰਗਿੰਸਕੀ ਵਿੱਚ ਚੌਥੇ ਢੰਗ ਨਾਲ, ਕੁਮਿਸਕੀ ਵਿੱਚ ਪੰਜਵੇਂ ਢੰਗ ਨਾਲ, ਕਾਬਾ ਸਾਰੰਸਕੀ ਵਿੱਚ ਛੇਵੇਂ ਢੰਗ ਨਾਲ, ਤਾਤਸਕੀ ਵਿੱਚ ਸੱਤਵੇਂ ਢੰਗ ਨਾਲ ਆਦਿ ਆਦਿ। ਲੋਕੀ ਕਹਿੰਦੇ ਹਨ ਕਿ ਉਹ ਪ੍ਰੇਮੀ ਅਜੇ ਤੱਕ ਪਹਾੜਾਂ 'ਚ ਭਟਕਦਾ ਫਿਰ ਰਿਹਾ। ਉਹਦੀ ਪ੍ਰੇਮਿਕਾ ਦੀ ਸ਼ਾਦੀ ਹੋਇਆ ਇੱਕ ਜ਼ਮਾਨਾ ਬੀਤ ਗਿਆ, ਉਹ ਬੁੱਢੀ ਵੀ ਹੋ ਗਈ ਹੈ, ਪਰ ਸਾਡਾ ਇਹ ਆਸ਼ਿਕ ਸੂਰਮਾ ਅਜੇ ਤੱਕ ਆਪਣੇ ਪ੍ਰੇਮ ਦੇ ਸ਼ਬਦ ਲਿਖਦਾ ਜਾ ਰਿਹਾ ਹੈ। ਮੈਂ ਤੈਨੂੰ ਪਿਆਰ ਕਰਨਾ, ਇਹਨਾਂ ਸ਼ਬਦਾਂ ਨੂੰ ਤੇਰੀ ਭਾਸ਼ਾ 'ਚ ਕਿਵੇਂ ਕਿਹਾ ਜਾਂਦਾ ਹੈ, ਤੈਨੂੰ ਇਹ ਪਤਾ ਹੈ ਜਾਂ ਨਹੀਂ? ਇੱਕ ਬਜ਼ੁਰਗ ਨੇ ਕਿਸੇ ਨੌਜਵਾਨ ਤੋਂ ਪੁੱਛਿਆ। ਨੌਜਵਾਨ ਨੇ ਆਪਣੀ ਨੇੜੇ ਖਲੋਤੀ ਮੁਟਿਆਰ ਨੂੰ ਜੱਫੀ 'ਚ ਲੈਂਦਿਆਂ ਜਵਾਬ ਦਿੱਤਾ, ਮੇਰੀ ਭਾਸ਼ਾ 'ਚ ਇਹ ਸ਼ਬਦ ਇੰਝ ਕਹੇ ਜਾਂਦੇ ਨੇ। ਦਾਗਿਸਤਾਨ 'ਚ ਹਰ ਛੋਟੇ ਜਿਹੇ ਪਰਿੰਦੇ, ਹਰ ਫੁੱਲ, ਹਰ ਨਦੀ ਨਾਲੇ ਦੇ ਵੀ ਨਾਂ ਨੇ। ਸੰਵਿਧਾਨ ਅਨੁਸਾਰ ਸਾਡੇ ਇੱਥੇ 8 ਮੁੱਖ ਨਸਲਾਂ ਹਨ: ਅਵਾਰ, ਦਾਰਗੀਨ, ਕੋਮਿਕ, ਲੇਜ਼ਗੀਨ, ਲਾਗ, ਤਾਤ, ਤਾਬਾ, ਸਰਾਨ ਤੇ ਨੋਗਾਈ। ਅਸੀਂ 5 ਭਾਸ਼ਾਵਾਂ 'ਚ 5 ਸਾਹਿਤਕ ਸੰਕਲਨ ਕੱਢਦੇ ਹਾਂ। ਉਹਨਾਂ ਦੇ ਨਾਂ ਹਨ ਦੋਸਤਵਾਲ, ਦੋਸਲੂਕ, ਗਾਲਮਗਦੇਸ਼, ਗੁਦੂਲੀ, ਦੁਸ਼ਿਵੂ। ਵੈਸੇ ਇਹਨਾਂ ਸਾਰਿਆਂ ਦਾ ਇੱਕ ਸਾਂਝਾ ਨਾਂ ਹੈ ਦਰੁਜਬਾ, ਯਾਨੀ ਦੋਸਤੀ। ਦਾਗਿਸਤਾਨ 'ਚ 9 ਭਾਸ਼ਾਵਾਂ 'ਚ ਕਿਤਾਬਾਂ ਛਪਦੀਆਂ ਹਨ, ਪਰ ਕਿੰਨੀਆਂ ਭਾਸ਼ਾਵਾਂ 'ਚ ਗੀਤ ਗਾਏ ਜਾਂਦੇ ਹਨ। ਹਰ ਕਾਲੀਨ ਉੱਤੇ ਆਪਣੀ ਵੱਖਰੀ ਤਰ੍ਹਾਂ ਦੇ ਵੇਲ ਬੂਟੇ ਹੁੰਦੇ ਹਨ। ਹਰ ਤਲਵਾਰ ਉੱਤੇ ਆਪਣੀ ਲਿਖਤ ਉਕਰੀ ਜਾਂਦੀ ਹੈ। ਪਰ ਇਹ ਕਿਵੇਂ ਹੋਇਆ ਕਿ ਹੱਥ ਉੱਤੇ ਇੰਨੀਆਂ ਜ਼ਿਆਦਾ ਉਂਗਲੀਆਂ ਹੋ ਗਈਆਂ? ਇਹ ਕਿਵੇਂ ਹੋਇਆ ਕਿ ਦਾਗਿਸਤਾਨ 'ਚ ਇੰਨੀਆਂ ਜ਼ਿਆਦਾ ਭਾਸ਼ਾਵਾਂ ਹੋ ਗਈਆਂ? ਵਿਦਵਾਨ ਲੋਕ ਆਪਣੇ ਢੰਗ ਨਾਲ ਇਹਨੂੰ ਸਪਸ਼ਟ ਕਰਦੇ ਰਹਿਣ, ਪਰ ਇਸ ਸਬੰਧ 'ਚ ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸਨ, ਅੱਲਾਹ ਦਾ ਭੇਜਿਆ ਹੋਇਆ ਇੱਕ ਦੂਤ ਖੱਚਰ ਉੱਤੇ ਸਵਾਰ ਹੋ ਕੇ ਇਸ ਪ੍ਰਿਥਵੀ ਤੇ ਜਾ ਰਿਹਾ ਸੀ ਤੇ ਬਹੁਤ ਵੱਡੀ ਖੁਰਜੀ 'ਚੋਂ ਭਾਸ਼ਾਵਾਂ ਕੱਢ ਕੇ ਜਨਗਣਾਂ ਵਿੱਚ ਤੇ ਕੌਮਾਂ ਨੂੰ ਦਿੰਦਾ ਜਾਂਦਾ ਸੀ। ਚੀਨੀਆਂ ਨੂੰ ਉਹਨੇ ਚੀਨੀ ਭਾਸ਼ਾ ਦਿੱਤੀ, ਅਰਬਾਂ ਵੱਲ ਗਿਆ ਉਹਨਾਂ ਨੂੰ ਅਰਬੀ ਭਾਸ਼ਾ ਦਿੱਤੀ, ਯੂਨਾਨੀਆਂ ਨੂੰ ਯੂਨਾਨੀ, ਰੂਸੀਆਂ ਨੂੰ ਰੂਸੀ, ਫਰਾਂਸੀਸੀਆਂ ਨੂੰ ਫਰਾਂਸੀਸੀ ਭਾਸ਼ਾ ਦਿੱਤੀ। ਭਾਸ਼ਾਵਾਂ ਵੱਖ-ਵੱਖ ਕਿਸਮ ਦੀਆਂ ਸਨ, ਕੁਝ ਮਿੱਠੀਆਂ, ਕੁਝ ਸਖਤ, ਕੁਝ ਲੱਛੇਦਾਰ, ਕੁਝ ਕੋਮਲ। ਜਨਗਣ ਇਹੋ ਜਿਹੇ ਤੋਹਫੇ ਨਾਲ ਬਹੁਤ ਖੁਸ਼ ਹੋਏ ਤੇ ਉਸ ਵੇਲੇ ਆਪਣੀ ਭਾਸ਼ਾ ਵਿੱਚ ਬੋਲਣ ਲੱਗੇ। ਆਪਣੀਆਂ ਭਾਸ਼ਾਵਾਂ ਦੀ ਬਦੌਲਤ ਲੋਕ ਇੱਕ ਦੂਜੇ ਨੂੰ ਵਧੇਰੇ ਚੰਗੀ ਤਰ੍ਹਾਂ ਜਾਣਨ ਸਮਝਣ ਲੱਗ ਪਏ। ਜਨਗਣ ਦੂਜੇ ਜਨਗਣ, ਗੁਆਂਢੀ ਜਨਗਣ ਨੂੰ ਜ਼ਿਆਦਾ ਚੰਗੀ ਤਰ੍ਹਾਂ ਜਾਣਨ ਪਛਾਣਨ ਲੱਗ ਪਏ। ਆਪਣੀ ਖੱਚਰ ਉੱਤੇ ਸਵਾਰੀ ਕਰਦਿਆਂ ਹੋਇਆਂ ਇਹ ਆਦਮੀ ਸਾਡੇ ਦਾਗਿਸਤਾਨ ਤੱਕ ਪਹੁੰਚ ਗਿਆ। ਕੁਝ ਹੀ ਸਮਾਂ ਪਹਿਲਾਂ ਉਹਨੇ ਜਾਰਜੀਆਈ ਲੋਕਾਂ ਨੂੰ ਉਹਨਾਂ ਦੀ ਭਾਸ਼ਾ ਦਿੱਤੀ ਸੀ, ਜਿਸ ਭਾਸ਼ਾ 'ਚ ਮਗਰੋਂ ਸ਼ੋਤਾਬੋਸਤਾਵੇਲੀ ਨੇ ਆਪਣੇ ਮਹਾਕਾਵ ਰਚਿਆ ਸੀ। ਕੁਝ ਹੀ ਸਮਾਂ ਪਹਿਲਾਂ ਉਹ ਸੇਤੀਆ ਉੱਤੇ ਕਿਰਪਾ ਕਰਦਿਆਂ ਹੋਇਆਂ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਦਿੱਤੀ ਸੀ, ਜਿਸ ਭਾਸ਼ਾ 'ਚ ਬਾਅਦ 'ਚ ਕੋਸ਼ਤਾ ਹੇਤਾਗੁਰੋਵ ਨੇ ਸਾਹਿਤ ਸਿਰਜਣਾ ਕੀਤੀ ਸੀ। ਆਖਰ ਸਾਡੀ ਵਾਰੀ ਵੀ ਆ ਗਈ। ਪਰ ਕੁਝ ਇਸ ਤਰ੍ਹਾਂ ਹੋਇਆ ਕਿ ਦਾਗਿਸਤਾਨ ਦੇ ਪਹਾੜਾਂ 'ਚ ਉਸ ਦਿਨ ਬਰਫ਼ ਦਾ ਤੂਫਾਨ ਝੁੱਲਦਾ ਪਿਆ ਸੀ। ਦਰਿਆਂ 'ਚ ਬਰਫ਼ ਜ਼ੋਰ-ਜ਼ੋਰ ਦੀ ਚੱਕਰ ਕੱਢਦੀ ਪਈ ਸੀ ਤੇ ਆਕਾਸ਼ ਤੱਕ ਉਤਾਂਹ ਜਾਂਦੀ ਪਈ ਸੀ। ਕੁਝ ਵੀ ਦਿਸਦਾ ਨਹੀਂ ਸੀ ਪਿਆ, ਨਾ ਰਾਹ, ਨਾ ਘਰ, ਨਾ ਮਕਾਨ। ਸਿਰਫ ਹਨੇਰੇ 'ਚ ਹਵਾ ਜ਼ੋਰ ਨਾਲ ਸੀਟੀਆਂ ਵਜਾਉਂਦੀ ਹੋਈ ਸੁਣਦੀ ਸੀ। ਕਦੇ-ਕਦੇ ਪੱਥਰ ਟੁੱਟ ਕੇ ਡਿੱਗਦੇ ਸਨ ਤੇ 4 ਨਦੀਆਂ ਸਾਡੀਆਂ 4 ਕੋਈ ਸੁਰੌਲਾ ਪਾਉਂਦੀਆਂ ਪਈਆਂ ਸਨ। ਨਈ ਭਾਸ਼ਾਵਾਂ ਵੰਡਣ ਵਾਲੇ ਨੇ ਕਿਹਾ, ਜਿਹਦੀਆਂ ਮੁੱਛਾਂ ਉੱਤੇ ਬਰਫ਼ ਜੰਮਣ ਲੱਗ ਪਈ ਸੀ, ਮੈਂ ਇਹਨਾਂ ਚੱਟਾਨਾਂ ਉੱਤੇ ਨਹੀਂ ਚੜ੍ਹਨਾ, ਉਹ ਵੀ ਇਸ ਤਰ੍ਹਾਂ ਦੇ ਭੈੜੇ ਮੌਸਮ 'ਚ। ਉਹਨੇ ਆਪਣੀ ਖੁਰਜੀ ਲਈ, ਜਿਹਦੇ ਥੱਲੇ ਲੱਗੀਆਂ 2 ਕੁ ਮੁੱਠੀ ਭਾਸ਼ਾਵਾਂ ਪਈਆਂ ਸਨ, ਜਿਹੜੀਆਂ ਅਜੇ ਤੱਕ ਉਹਦੇ ਕੋਲੋਂ ਵੰਡੀਆਂ ਨਹੀਂ ਗਈਆਂ ਸਨ। ਇਹਨਾਂ ਭਾਸ਼ਾਵਾਂ ਨੂੰ ਉਹਨੇ ਸਾਡੇ ਪਹਾੜਾਂ ਤੇ ਖਿਲਾਰ ਦਿੱਤਾ। ਜਿਹਨੂੰ ਜਿਹੜੀ ਚੰਗੀ ਲੱਗੇ ਭਾਸ਼ਾ ਲੈ ਲਵੇ, ਉਹਨੇ ਕਿਹਾ ਤੇ ਅੱਲਾ ਕੋਲ ਵਾਪਸ ਚਲਾ ਗਿਆ। ਇਸ ਤਰ੍ਹਾਂ ਖਿਲਰੀਆਂ ਹੋਈਆਂ ਭਾਸ਼ਾਵਾਂ ਨੂੰ ਬਰਫ਼ ਦੇ ਤੂਫਾਨ ਨੇ ਝਪਟ ਲਿਆ। ਉਹਨਾਂ ਨੂੰ ਦਰਿਆਂ ਤੇ ਚੱਟਾਨਾਂ ਤੇ ਲੈ ਜਾਣ ਤੇ ਇੱਧਰ ਉੱਧਰ ਸੁੱਟਣ ਲੱਗਾ। ਪਰ ਇਸੇ ਵੇਲੇ ਸਾਰੇ ਦਾਗਿਸਤਾਨੀ ਇੱਕਦਮ ਘਰਾਂ 'ਚ ਉੱਲੜ ਕੇ ਬਾਹਰ ਆ ਗਏ। ਹੜਬੜਾਏ ਹੋਏ ਤੇ ਇੱਕ ਦੂਜੇ ਨੂੰ ਧੱਕੇ ਮਾਰਦੇ ਹੋਏ ਭਾਸ਼ਾਵਾਂ ਦੀ ਇਸ ਸੁਖਦਾਈ ਤੇ ਪਿਆਰੀ ਸੁਨਹਿਰੀ ਵਰਖਾ ਵੱਲ ਭੱਜਣ ਲੱਗੇ ਤੇ ਜਿਹਦੀ ਉਹਨਾਂ ਨੂੰ ਇੱਕ ਮੁੱਦਤ ਤੋਂ ਉਡੀਕ ਸੀ। ਉਹ ਇਸ ਅੰਨ ਦੇ ਕੀਮਤੀ ਦਾਣਿਆਂ ਨੂੰ, ਜਿਨ੍ਹਾਂ ਨੂੰ ਜੋ ਮਿਲ ਗਿਆ, ਬਟੋਰਨ ਲੱਗੇ। ਫਿਰ ਹਰੇਕ ਨੇ ਆਪਣੀ ਮਾਂ ਬੋਲੀ ਲੈ ਲਈ। ਆਪਣੀ ਭਾਸ਼ਾ ਲੈ ਕੇ ਪਹਾੜੀ ਲੋਕ ਘਰੀ ਜਾ ਕੇ ਬਰਫ਼ ਦੇ ਮੁੱਕਣ ਦਾ ਇੰਤਜ਼ਾਰ ਕਰਨ ਲੱਗੇ। ਜਦੋਂ ਸਵੇਰ ਹੋਈ ਤਾਂ ਧੁੱਪ ਖਿੜੀ ਹੋਈ ਸੀ। ਬਰਫ਼ ਤਾਂ ਜਿਵੇਂ ਪਈ ਨਹੀਂ ਸੀ। ਲੋਕਾਂ ਨੇ ਵੇਖਿਆ ਸਾਹਮਣੇ ਪਹਾੜੇ ਤਾਂ ਹੁਣ ਪਹਾੜ ਸੀ, ਉਹਨੂੰ ਪਹਾੜ ਆਖਿਆ ਜਾ ਸਕਦਾ ਸੀ। ਲੋਕਾਂ ਨੇ ਵੇਖਿਆ ਸਾਹਮਣੇ ਸਮੁੰਦਰ ਏ ਤੇ ਹੁਣ ਸਮੁੰਦਰ ਸੀ, ਉਹਨੂੰ ਸਮੁੰਦਰ ਆਖਿਆ ਜਾ ਸਕਦਾ ਸੀ। ਸਾਹਮਣੇ ਆਉਣ ਵਾਲੀ ਹਰ ਚੀਜ਼ ਨੂੰ ਹੁਣ ਕੋਈ ਨਾਂ ਦਿੱਤਾ ਜਾ ਸਕਦਾ ਸੀ। ਕਿੰਨੀ ਖੁਸ਼ੀ ਦੀ ਗੱਲ ਸੀ। ਇਹ ਰੋਟੀ ਏ, ਮਾਂ ਏ, ਪਹਾੜੀ ਏ, ਘਰ ਏ, ਇਹ ਚੁੱਲ੍ਹਾ ਏ, ਪੁੱਤਰ ਏ, ਇਹ ਗੁਆਂਢੀ ਏ, ਲੋਕ ਨੇ। ਸਾਰੇ ਲੋਕ ਸੜਕ ਉੱਤੇ ਇਕੱਠੇ ਹੋ ਗਏ। ਸਾਰੇ ਲੋਕ ਰਲ ਕੇ ਚੀਖੇ। ਪਹਾੜ, ਉਹਨਾਂ ਨੇ ਕੰਨ ਲਾ ਕੇ ਪਰਤਵੀਂ ਗੂੰਜ ਸੁਣੀ। ਸਾਰਿਆਂ ਨੇ ਇਹ ਸ਼ਬਦ ਵੱਖ-ਵੱਖ ਢੰਗ ਨਾਲ ਕਿਹਾ ਸੀ। ਸਾਰੇ ਰਲ ਕੇ ਚੀਖੇ, ਸਮੁੰਦਰ। ਸਾਰਿਆਂ ਨੇ ਇਸ ਸ਼ਬਦ ਨੂੰ ਵੱਖ-ਵੱਖ ਢੰਗ ਨਾਲ ਕਿਹਾ ਸੀ।
ਇਸੇ ਸਮੇਂ ਤੋਂ ਅਵਾਰ, ਲੇਜ਼ਗੀਨ, ਦਾਰਗੀਨ, ਕੁਮਕ, ਤਾਤ ਤੇ ਲਾਕ ਨਸਲਾਂ ਦੀਆਂ ਭਾਸ਼ਾਵਾਂ ਬਣ ਗਈਆਂ ਤੇ ਉਸੇ ਸਮੇਂ ਤੋਂ ਹੀ ਇਹ ਸਭ ਕੁਝ ਦਾਗਿਸਤਾਨ ਅਖਵਾਉਂਦੇ ਲੋਕ ਭੇਡਾਂ, ਬਘਿਆੜਾਂ, ਘੋੜਿਆਂ ਤੇ ਟਿੱਡਿਆਂ ਤੋਂ ਅਲੱਗਾ ਹੋ ਗਏ। ਕਹਿੰਦੇ ਨੇ ਵੀ ਘੋੜੇ ਤੇ ਇਨਸਾਨ ਬਣਨ 'ਚ ਜ਼ਰਾ ਜਿੰਨੀ ਕਸਰ ਹੈ, ਪਰ ਅੱਲਾ ਦੇ ਭੇਜੇ ਹੋਏ ਦੂਤ ਤੂੰ ਉਸ ਵੇਲੇ ਬਰਫ਼ ਦੇ ਤੂਫਾਨ ਤੇ ਖੜੇ ਹੋਏ ਪਰਬਤਾਂ ਤੋਂ ਘਬਰਾ ਕਿਉਂ ਗਿਆ? ਕਾਹਦੇ ਲਈ ਤੂੰ ਸੋਚੇ ਸਮਝੇ ਬਿਨਾਂ ਭਾਸ਼ਾਵਾਂ ਖਿਲਾਰਤੀਆਂ? ਉਹ ਤੂੰ ਕੀ ਕੀਤਾ? ਜਿਹੜੇ ਲੋਕ ਆਪਣੀ ਭਾਵਨਾ, ਆਪਣੇ ਦਿਲ, ਆਚਾਰ, ਵਿਹਾਰ, ਰਸਮੋ ਰਿਵਾਜ ਤੇ ਜੀਵਨ ਦੇ ਰੰਗ ਢੰਗ ਦੇ ਨਜ਼ਰੀਏ ਤੋਂ ਇੱਕ ਦੂਜੇ ਦੇ ਇੰਨਾ ਜ਼ਿਆਦਾ ਨੇੜੇ ਸੀ, ਤੂੰ ਉਹਨਾਂ ਨੂੰ ਵੰਡ ਦਿੱਤਾ, ਭਾਸ਼ਾਵਾਂ ਦੇ ਕਾਰਨ ਇੱਕ ਦੂਜੇ ਤੋਂ ਅਲੱਗਾ ਕਰ ਦਿੱਤਾ। ਖੈਰ, ਇਹਦੇ ਲਈ ਵੀ ਸ਼ੁਕਰੀਆ। ਬੁਰੀਆਂ ਭਾਸ਼ਾਵਾਂ ਨਹੀਂ ਹੁੰਦੀਆਂ, ਬਾਕੀ ਚੀਜ਼ਾਂ ਦੇ ਮਾਮਲੇ 'ਚ ਅਸੀਂ ਖੁਦ ਹੀ ਸੋਚ ਲਾਂਗੇ, ਇੱਕ ਦੂਜੇ ਦੇ ਨੇੜੇ ਹੋਣ ਦਾ ਰਾਹ ਲੱਭ ਲਵਾਂਗੇ। ਅਜਿਹਾ ਕਰਾਂਗੇ ਕਿ ਵਿਭਿੰਨ ਭਾਸ਼ਾਵਾਂ ਸਾਨੂੰ ਅਲੱਗਾ ਕਰਨ ਦੀ ਬਜਾਏ ਇੱਕ ਸੂਤਰ 'ਚ ਪਰੋ ਦੇਣ। ਬਾਅਦ 'ਚ ਲੰਗੜੇ ਤੈਮੂਰ, ਅਰਬਾਂ ਤੇ ਈਰਾਨ ਦੇ ਸ਼ਾਹ ਨੇ ਸਾਡੇ ਉੱਤੇ ਚੜ੍ਹਾਈ ਕੀਤੀ ਤੇ ਹਰ ਇੱਕ ਨੇ ਸਾਡੇ ਉੱਤੇ ਆਪਣੀ ਭਾਸ਼ਾ ਲੱਦਣ ਦੀ ਕੋਸ਼ਿਸ਼ ਕੀਤੀ, ਪਰ ਸਾਡਾ ਹੱਥ ਝੰਜੋੜੇ ਜਾਣ ਨਾਲ ਸਾਡੀਆਂ ਉਂਗਲੀਆਂ ਟੁੱਟ ਕੇ ਡਿੱਗੀਆਂ ਨਹੀਂ, ਸਾਡੇ ਰੁੱਖ ਦੇ ਝੰਜੋੜੇ ਜਾਣ ਨਾਲ ਸਾਡੀਆਂ ਟਹਿਣੀਆਂ ਟੁੱਟੀਆਂ ਨਹੀਂ। ਭਾਸ਼ਾ ਦੀ ਰਾਖੀ ਮਾਤ ਭੂਮੀ ਵਾਂਗ ਹੀ ਕਰਨੀ ਚਾਹੀਦੀ ਹੈ, ਸ਼ਾਮਿਲ ਨੇ ਕਿਹਾ ਸੀ। ਸ਼ਬਦ ਇਹ ਤਾਂ ਗੋਲੀਆਂ ਨੇ, ਇਹਨਾਂ ਨੂੰ ਫਜ਼ੂਲ ਬਰਬਾਦ ਨਾ ਕਰੋ, ਹਾਜੀ ਮੁਰਾਦ ਨੇ ਜੋੜਿਆ ਸੀ। ਤੇ ਜਦੋਂ ਪਿਓ ਮਰਦਾ ਹੈ ਤਾਂ ਉਹ ਵਿਰਸੇ 'ਚ ਪੁੱਤਰਾਂ ਵਾਸਤੇ ਘਰ, ਖੇਤ, ਤਲਵਾਰ ਤੇ ਪੰਦੂਰਾ ਛੱਡ ਕੇ ਜਾਂਦਾ ਹੈ, ਪਰ ਮਰਨ ਵਾਲੀਆਂ ਪੀੜ੍ਹੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵਿਰਸੇ 'ਚ ਭਾਸ਼ਾ ਛੱਡਦੀਆਂ ਨੇ। ਜਿਹਦੇ ਕੋਲ ਭਾਸ਼ਾ ਹੈ ਉਹ ਆਪਣੇ ਵਾਸਤੇ ਘਰ ਵੀ ਬਣਾ ਲਏਗਾ, ਖੇਤ ਵੀ ਬੀਜ ਲਏਗਾ, ਤਲਵਾਰ ਵੀ ਬਣਾ ਲਏਗਾ, ਪੰਦੂਰੇ ਨੂੰ ਸੁਰਚ ਕਰ ਲਏਗਾ ਤੇ ਉਹਨੂੰ ਵਜਾ ਲਏਗਾ। ਮੇਰੇ ਪਿਤਾ ਜੀ ਕਿਹਾ ਕਰਦੇ ਸਨ, ਮੇਰੀ ਪਿਆਰੀ ਮਾਂ ਬੋਲੀ, ਮੈਨੂੰ ਪਤਾ ਨਹੀਂ ਤੂੰ ਮੈਥੋਂ ਖੁਸ਼ ਹੈ ਜਾਂ ਨਹੀਂ, ਪਰ ਤੂੰ ਮੇਰੇ ਹਰ ਸਾਹ 'ਚ ਵਸੀ ਹੋਈ ਹੈ ਤੇ ਮੈਂ ਤੇਰੇ ਉੱਤੇ ਮਾਣ ਕਰਦਾ। ਜਿਵੇਂ ਚਸ਼ਮੇ ਦਾ ਨਿਰਮਲ ਜਲ ਹਨੇਰੀਆਂ ਡੂੰਘਾਈਆਂ ਵਿੱਚੋਂ ਧੁੱਪ ਨਹਾਈ ਥਾਂ ਵੱਲ ਜਿੱਥੇ ਹਰਿਆਲੀ ਆ ਜਾਣ ਦੀ ਕੋਸ਼ਿਸ਼ ਕਰਦਾ, ਉਸੇ ਤਰ੍ਹਾਂ ਹੀ ਮਾਂ ਬੋਲੀ ਦੇ ਸ਼ਬਦ ਵੀ ਬੜੀ ਤੇਜ਼ੀ ਨਾਲ ਮੇਰੇ ਦਿਲ ਦੀਆਂ ਗਹਿਰਾਈਆਂ ਤੋਂ ਮੇਰੇ ਕੰਨ ਵੱਲ ਵੱਧਦੇ ਸਨ। ਬੁੱਲ ਬੁੜਬੁੜਾਉਂਦੇ ਹਨ। ਮੈਂ ਆਪਣੀ ਬੁੜਬੁੜਾਹਟ ਨੂੰ ਬੜੇ ਧਿਆਨ ਨਾਲ ਸੁਣਦਾ। ਮੇਰੀ ਭਾਸ਼ਾ, ਮੈਂ ਤੇਰੇ ਉੱਤੇ ਕੰਨ ਲਾ ਦਿੰਦਾ। ਮੈਨੂੰ ਲੱਗਦਾ ਕੋਈ ਬਹੁਤ ਹੀ ਪ੍ਰਬਲ ਪਹਾੜੀ ਨਦੀ ਆਪਣੇ ਲਈ ਰਾਹ ਬਣਾਉਣ ਵਾਸਤੇ ਦਰੇ 'ਚ ਦਹਾੜ ਰਹੀ ਹੈ। ਮੈਨੂੰ ਪਾਣੀ ਦਾ ਸ਼ੋਰ ਚੰਗਾ ਲੱਗਦਾ ਹੈ ਤੇ ਜਦੋਂ ਮਿਆਨ 'ਚੋਂ ਨਿਕਲੇ ਹੋਏ ਦੇ ਖੰਜਰ ਆਪਸ ਟਕਰਾਉਂਦੇ ਆ ਤਾਂ ਲੋਹੇ ਦੀ ਮਣਕ ਵੀ ਮੈਨੂੰ ਚੰਗੀ ਲੱਗਦੀ ਹੈ। ਮੇਰੀ ਭਾਸ਼ਾ ਵਿੱਚ ਸਭ ਕੁਝ ਹੈ। ਮੈਨੂੰ ਪਿਆਰ ਦੀ ਫੁਸਫੁਸਾਹਟ ਵੀ ਬਹੁਤ ਚੰਗੀ ਲੱਗਦੀ ਹੈ। ਮੇਰੀ ਮਾਂ ਬੋਲੀ ਮੇਰੇ ਲਈ ਇਹ ਕਰਨਾ ਬਹੁਤ ਮੁਸ਼ਕਿਲ ਹੈ ਕਿ ਸਾਰੇ ਤੈਨੂੰ ਜਾਣ ਲੈਣ। ਕਿੰਨੀ ਸਮੁੰਦਰ ਤੂੰ ਧੁਨੀਆਂ ਦੇ ਪੱਖੋਂ, ਕਿੰਨੀਆਂ ਜ਼ਿਆਦਾ ਧੁਨੀਆਂ ਨੇ ਤੇਰੇ 'ਚ। ਜਿਹੜਾ ਅਵਾਰ ਨਸਲ ਦਾ ਵਿਅਕਤੀ ਨਹੀਂ, ਕਿੰਨਾ ਮੁਸ਼ਕਿਲ ਹੈ ਉਹਦੇ ਲਈ ਇਹਨਾਂ ਦਾ ਉਚਾਰਨ ਕਰਨਾ, ਪਰ ਜਿਹੜਾ ਉਹਨਾਂ ਦਾ ਉਚਾਰਨ ਕਰ ਲੈਂਦਾ ਉਹਦੇ ਲਈ ਉਹ ਕਿੰਨੀਆਂ ਮਿੱਠੀਆਂ ਹਨ। ਮਿਸਾਲ ਵਜੋਂ 10 ਤੱਕ ਦੀ ਮਾਮੂਲੀ ਗਿਣਤੀ ਤਜੋ, ਕੀਗੋ, ਲੱਬੋਗੋ, ਉਂਕੋਗੋ, ਸੁਚੂਗੋ, ਅਨਲਗੋ, ਮੀਕਗੋ, ਇਚਗੋ, ਅਤਸੰਗੋ। ਜਦੋਂ ਕਦੇ ਅਵਾਰ ਭਾਸ਼ਾ 'ਚ 10 ਤੱਕ ਸਹੀ ਉਚਾਰਨ ਕਰਨ ਵਾਲੇ ਕਿਸੇ ਵਿਅਕਤੀ ਨਾਲ ਮੁਲਾਕਾਤ ਹੁੰਦੀ ਹੈ ਤਾਂ ਮੈਂ ਉਹਦੇ ਬਹਾਦਰੀ ਦੇ ਇਸ ਕਾਰਨਾਮੇ ਦੀ ਉਸ ਵਿਅਕਤੀ ਦੀ ਵੀਰਤਾ ਨਾਲ ਤੁਲਨਾ ਕਰਦਾ ਜਿਹੜਾ ਮੋਢੇ ਉੱਤੇ ਭਾਰਾ ਪੱਥਰ ਚੁੱਕ ਕੇ ਹੜ ਨਾਲ ਉਛਾਲੇ ਮਾਰਦੀ ਨਦੀ ਨੂੰ ਇੱਕ ਤੱਟ ਤੋਂ ਦੂਜੇ ਤੱਟ ਤੱਕ ਪਾਰ ਕਰ ਲਵੇ। ਜੇ ਕੋਈ ਵਿਅਕਤੀ 10 ਤੱਕ ਸਹੀ ਗਿਣਤੀ ਕਰ ਸਕਦਾ ਹੈ ਤਾਂ ਉਹ ਅਗਾਂਹ ਵੀ ਵੱਧ ਸਕਦਾ ਹੈ। ਇਹ ਭਰੋਸਾ ਵੀ ਜਾਣਨਾ ਹੈ, ਹੌਸਲੇ ਨਾਲ ਅਗਾਂਹ ਵੱਧਦਾ ਹੈ। ਦੂਜੀਆਂ ਨਸਲਾਂ ਦੇ ਲੋਕ ਤਾਂ ਗੱਲ ਹੀ ਕੀ ਕੀਤੀ ਜਾਏ। ਸਾਡੀ ਅਵਾਰ ਨਸਲ ਦੇ ਬਾਲਕਾਂ ਨੂੰ ਵੀ ਬਜ਼ੁਰਗ ਲੋਕ ਕਿਹਾ ਕਰਦੇ ਸਨ ਕਿ ਇਸ ਵਾਕ ਨੂੰ ਅਟਕੇ ਬਿਨਾਂ 3 ਵਾਰ ਦੁਹਰਾਓ ਤਾਂ ਕਿ ਉਹਦਾ ਗਿਓਰਕ, ਕਵੇਰਕ, ਕਵਾਕਵਾਦਾਨ ਖੁਸ਼ ਪੁਲ ਦੇ ਹੇਠਾਂ ਗੱਡੀ ਟਕਰਾਉਂਦੀ ਪਈ ਸੀ। ਅਵਾਰ ਭਾਸ਼ਾ ਦੇ ਇਸ ਵਾਕ 'ਚ ਸਿਰਫ 4 ਸ਼ਬਦ ਹਨ, ਪਰ ਬਾਰੀ ਵਾਰੀ ਇੰਜ ਲੱਗਦਾ ਕਿ ਪਿੰਡ ਦੇ ਅਸੀਂ ਬਾਲਕ ਇਸ ਵਾਕ ਨੂੰ ਸਹੀ ਢੰਗ ਨਾਲ ਛੇਤੀ ਕਹਿ ਸਕਣ ਵਾਸਤੇ ਸਾਰਾ ਦਿਨ ਅਭਿਆਸ ਕਰਦੇ ਰਹਿੰਦੇ ਆ। ਅਬੂ ਤਾਲਿਬ ਅਵਾਰ ਭਾਸ਼ਾ ਬੋਲ ਲੈਂਦਾ ਸੀ। ਉਹਨੇ ਆਪਣੇ ਪੁੱਤਰ ਨੂੰ ਤਸਾਦਾ ਪਿੰਡ ਵਿੱਚ ਸਾਡੇ ਵੱਲ ਇਸ ਲਈ ਭੇਜਿਆ ਸੀ ਕਿ ਉਹ ਵੀ ਅਵਾਰ ਭਾਸ਼ਾ ਸਿੱਖ ਲਵੇ। ਪੁੱਤਰ ਦੇ ਘਰ ਮੁੜਨ ਤੇ ਅਬੂ ਤਾਲਿਬ ਨੇ ਉਸ ਕੋਲੋਂ ਪੁੱਛਿਆ, ਗਧੇ ਉੱਤੇ ਸਵਾਰੀ ਕੀਤੀ? ਹਾਂ ਕੀਤੀ। 10 ਤੱਕ ਗਿਣਤੀ ਕਰ ਸਕਣਾ? ਆਖੋ ਕਰ ਸਕਣਾ। ਤੇ ਇੱਕ ਵਾਕ 3 ਵਾਰ ਲਗਾਤਾਰ ਦੁਹਰਾਓ ਕਿ ਉਹਦਾ ਗਿਓਰਕ, ਕਵੇਰਕ, ਕੁਵਾਕਵਾਦਾਨਾ
ਪੁੱਤਰ ਨੇ ਦੁਹਰਾਇਆ, ਵਾਹ, ਇਹ ਮੰਨਿਆ ਜਾ ਸਕਦਾ ਵੀ ਤੂੰ ਮੁਮਕਿਨ ਨੂੰ ਨਾਮੁਮਕਿਨ ਕਰ ਵਿਖਾਇਆ। ਹਾਂਜੀ, ਇਹ ਜਿਹੋ ਜਿਹੀਆਂ ਨੇ ਚਟਾਨਾਂ 'ਚ ਦੱਬੇ ਹੋਏ ਸਾਡੇ ਪਿੰਡ ਦੀਆਂ ਭਾਸ਼ਾਵਾਂ ਬੋਲੀਆਂ। ਸਾਡੇ ਉਚਾਰਨ, ਸਾਡੀਆਂ ਕੰਠੀ ਤੇ ਸਵਾਸ ਧੁਨੀਆਂ ਨੂੰ ਲਿਖਣ ਲਈ ਅਰਥਾਤ ਵਿਦਵਾਨਾਂ ਦੀ ਭਾਸ਼ਾ 'ਚ ਇਹਨਾਂ ਦਾ ਲਿਪਾਂਤਰਨ ਕਰਨ ਲਈ ਕਿਸੇ ਵੀ ਵਰਨਮਾਲਾ 'ਚ ਅੱਖਰ ਨਹੀਂ ਮਿਲੇ। ਇਸ ਲਈ ਜਦੋਂ ਸਾਡੀ ਲਿਪੀ ਬਣਾਈ ਗਈ ਤਾਂ ਰੂਸੀ ਭਾਸ਼ਾ ਦੀ ਵਰਨਮਾਲਾ 'ਚ ਵਿਸ਼ੇਸ਼ ਅੱਖਰ ਤੇ ਜੁਟ ਅੱਖਰ ਜੋੜਨੇ ਪਏ। ਵਿਅੰਜਨ ਦੇ ਮਾਮਲੇ ਵਿੱਚ ਤਾਂ ਖਾਸ ਤੌਰ ਤੇ ਇੰਝ ਹੀ ਕਰਨਾ ਪਿਆ। ਸ਼ਾਇਦ ਇਹਨਾਂ ਫਾਲਤੂ ਅੱਖਰਾਂ ਦੇ ਕਾਰਨ ਅਵਾਰ ਭਾਸ਼ਾ ਦੀ ਰੂਸੀ ਵਿੱਚ ਅਨੁਵਾਦਿਤ ਪੁਸਤਕ ਕਿਤੇ ਪਤਲੀ ਲੱਗਦੀ ਹੈ। ਉਹਦੇ ਅਜਿਹੇ ਪਹਾੜੀ ਆਦਮੀ ਨਾਲ ਤੁਲਨਾ ਕੀਤੀ ਜਾ ਸਕਦੀ ਹੈ ਜਿਹੜੇ ਲਗਾਤਾਰ 3 ਮਹੀਨਿਆਂ ਤੱਕ ਰੋਜ਼ੇ ਰੱਖੇ ਹੋਣ। ਸ਼ਾਮਿਲ ਕੋਲੋਂ ਕਿਸੇ ਨੇ ਪੁੱਛਿਆ, ਦਾਗਿਸਤਾਨ ਨੂੰ ਇੰਨੀਆਂ ਜ਼ਿਆਦਾ ਨਸਲਾਂ ਦੀ ਕੀ ਲੋੜ ਹੈ? ਇਸ ਲਈ ਵੀ ਇੱਕ ਦੇ ਮੁਸੀਬਤ 'ਚ ਪੈ ਜਾਣ ਨਾਲ ਦੂਸਰੀ ਉਹਦੀ ਮਦਦ ਕਰ ਸਕੇ। ਇਸ ਲਈ ਵੀ ਜੇ ਇੱਕ ਨਸਲ ਕੋਈ ਗੀਤ ਗਾਉਣਾ ਸ਼ੁਰੂ ਕਰ ਦੇ ਤਾਂ ਦੂਜੀ ਉਹਦਾ ਸਾਥ ਦੇ ਸਕੇ। ਤਾਂ ਭਲਾ ਸਾਰੀਆਂ ਨਸਲਾਂ ਕਿਸੇ ਇੱਕ ਦੀ ਮਦਦ ਲਈ ਅੱਗੇ ਆਈਆਂ? ਹੁਣ ਮੇਰੇ ਕੋਲੋਂ ਪੁੱਛਿਆ ਜਾਂਦਾ ਹੈ, ਹਾਂ ਆਈਆਂ। ਹਰ ਨਸਲ ਨੇ ਮਦਦ ਕੀਤੀ। ਭਲਾ ਇੱਕੋ ਹੀ ਸੁਰ 'ਚ ਗਾਣਾ ਗਾਇਆ ਗਿਆ? ਹਾਂ ਗਾਇਆ ਗਿਆ। ਆਖਰ ਸਾਡੀ ਮਾਤ ਭੂਮੀ ਤਾਂ ਇੱਕ ਹੀ ਹੈ। ਅਨੇਕਾਂ ਧੁਨਾਂ ਹੈ ਪਰ ਉਹ ਮਿਲ ਕੇ ਇੱਕ ਹੀ ਗਾਣੇ ਦਾ ਰੂਪ ਲੈਂਦੀਆਂ ਨੇ। ਬੋਲੀਆਂ ਦੇ ਵਿਚਕਾਰ ਹੱਦਾਂ ਨੇ ਪਰ ਦਿਲਾਂ ਦੇ ਵਿਚਕਾਰ ਹੱਦਾਂ ਨਹੀਂ। ਵੱਖ-ਵੱਖ ਲੋਕਾਂ ਦੀ ਵੀਰਤਾ ਭਰੇ ਕਾਰਨਾਮੇ ਅੰਤ 'ਚ ਇੱਕੋ ਹੀ ਵੀਰਤਾ ਭਰੇ ਕਾਰਨਾਮੇ 'ਚ ਘੁਲ ਮਿਲ ਗਏ ਨੇ। ਫਿਰ ਵੀ ਵੱਖ-ਵੱਖ ਨਸਲਾਂ 'ਚ ਕੁਝ ਫਰਕ ਤਾਂ ਹੈ ਹੀ। ਕੀ ਫਰਕ ਹੈ ਉਹ? ਇਸ ਸਵਾਲ ਦਾ ਜਵਾਬ ਦੇਣਾ ਬੜਾ ਮੁਸ਼ਕਿਲ ਹੈ। ਸਾਡੀਆਂ ਨਸਲਾਂ ਬਾਰੇ ਕਿਹਾ ਜਾਂਦਾ ਹੈ ਕਿ ਕੁਝ ਲੜਨ ਲਈ ਬਣੀਆਂ, ਕੁਝ ਹਥਿਆਰ ਬਣਾਉਣ ਲਈ, ਕੁਝ ਭੇਡਾਂ ਚਾਰਨ ਲਈ, ਕੁਝ ਜ਼ਮੀਨ ਦੇ ਹਲ ਵਾਹੁਣ ਲਈ ਤੇ ਕੁਝ ਬਾਗ ਬਗੀਚੇ ਲਾਉਣ ਲਈ। ਪਰ ਇਹ ਬੇਤੁਕੀ ਗੱਲ ਹੈ। ਹਰ ਨਸਲ ਦੇ ਆਪਣੇ ਫੌਜੀ, ਆਜੜੀ, ਲੁਹਾਰ ਤੇ ਬਾਗਬਾਨ ਹਨ। ਹਰੇਕ ਦੇ ਆਪਣੇ ਸੂਰਮੇ, ਗਾਇਕ ਤੇ ਮਾਹਿਰ ਕਾਰੀਗਰ ਹਨ। ਅਵਾਰਾਂ ਦੇ ਸ਼ਾਮਿਲ ਹਾਜੀ ਮੁਰਾਦ, ਹਮਜ਼ਾਦ, ਮਹਿਮੂਦ ਮਖਾਚ, ਦਾਰਗੀਨਾ ਦੇ ਬਾਤੀ ਰਾਏ, ਬਗਾਤੀਰੋਵ, ਅਹਿਮਦ ਮੁੰਗੀ, ਰਾਬਤਦਾਨ ਨੂਰੋਵ, ਕਾਰਾਕਾਰਾਈ, ਲੇਜ਼ਗੀਨਾ ਦੇ ਸੁਲੇਮਾਨੀ, ਮੀਨ ਤਾਹਿਰ, ਅਗਾਸੀਏਵ, ਅਮੀਰੋਵ, ਕੁਮਿਕਾ ਦੇ ਇਰਚੀ ਕਜ਼ਾਕ, ਅਲੀਮ ਪਾਸ਼ਾ, ਉਲੂਬੀ, ਸੁਲਤਾਨ ਸਈਦ, ਜ਼ਾਇਨੁਲ ਅਬੀਦ, ਬਾਤਿਰ ਮੁਰਜ਼ਾਏਵ, ਨੁਖਾਈ, ਲਾਕਾਂ ਦੇ ਹਾਰੂ ਸਾਈਦੋਵ, ਸਈਦ ਹਾਬੀਏਵ, ਇਫੰਦੀ ਕਾਪੀਏਵ, ਸੁਰਖਾਈ ਤੇ ਮੇਰਾ ਦੋਸਤ ਅਬੂ ਤਾਲਿਬ। ਅਨੇਕ ਨਸਲਾਂ 'ਚੋਂ ਮੈਂ ਸਿਰਫ ਉਹਨਾਂ ਦਾ ਹੀ ਜ਼ਿਕਰ ਕੀਤਾ ਜਿਹੜੀਆਂ ਸਭ ਤੋਂ ਪਹਿਲਾਂ ਮੇਰੇ ਮਨ 'ਚ ਆਈਆਂ। ਹਰੇਕ ਨਸਲ 'ਚੋਂ ਮੈਂ ਸਿਰਫ ਉਹਨਾਂ ਨਾਵਾਂ ਦਾ ਜ਼ਿਕਰ ਕੀਤਾ ਜਿਹੜੇ ਸਭ ਤੋਂ ਪਹਿਲਾਂ ਮੈਨੂੰ ਯਾਦ ਆ ਗਏ। ਵੈਸੇ ਸਾਡੇ ਵੱਲ ਅਨੇਕਾਂ ਨਸਲਾਂ ਹਨ ਤੇ ਅਨੇਕਾਂ ਮੰਨੇ ਪਰਮੰਨੇ ਨਾਂ ਹਨ। ਕੁਝ ਨਸਲਾਂ ਦੇ ਲੋਕਾਂ ਬਾਰੇ ਕਿਹਾ ਜਾਂਦਾ ਕਿ ਉਹ ਚੰਚਲ ਸੁਭਾਅ ਦੇ ਹਨ, ਕੁਝ ਦੇ ਬਾਰੇ ਇਹ ਕਿ ਉਹ ਬੁੱਧੂ ਹਨ, ਕੁਝ ਦੇ ਬਾਰੇ ਇਹ ਕਿ ਉਹ ਚੋਰੂ ਚੱਕੇ ਹਨ, ਕੁਝ ਦੇ ਬਾਰੇ ਇਹ ਕਿ ਉਹ ਧੋਖੇਬਾਜ਼ ਹਨ। ਸ਼ਾਇਦ ਇਹ ਸਭ ਨਿੰਦਿਆ ਚੁਗਲੀ ਹੈ। ਹਰ ਜਾਤ 'ਚ ਵਧੀਆ ਤੇ ਘਟੀਆ, ਰੂਪਵਾਨ ਤੇ ਕਰੂਪ ਲੋਕ ਹੁੰਦੇ ਹਨ। ਉਸ 'ਚ ਚੋਰ ਤੇ ਚੁਗਲਖੋਰ ਵੀ ਮਿਲ ਜਾਣਗੇ ਪਰ ਇਹ ਨਸਲ ਨਹੀਂ, ਇਹ ਤਾਂ ਕੂੜਾ ਕਰਕਟ ਹੋਣਗੇ। ਮੇਰਾ ਇੱਕ ਹੋਰ ਮਿੱਤਰ ਇੰਜ ਕਹਿੰਦਾ ਹੁੰਦਾ ਸੀ, ਮੈਨੂੰ ਹਮੇਸ਼ਾ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਕਿਹੜਾ ਬੰਦਾ ਕਿਸ ਨਸਲ ਦਾ ਹੈ। ਉਹ ਕਿਵੇਂ? ਬੜੇ ਸੌਖਿਆਂ ਹੀ ਦਾਗਿਸਤਾਨ ਦੀ ਇੱਕ ਨਸਲ, ਅਸੀਂ ਉਹਦਾ ਨਾਂ ਨਹੀਂ ਲੈਂਦੇ, ਦੇ ਲੋਕ ਮਖਾਚ ਕਲਾ 'ਚ ਆਉਂਦੀਆਂ ਹੀ ਸਭ ਤੋਂ ਪਹਿਲਾਂ ਇਹ ਲੱਭਦੇ ਨੇ ਵੀ ਇੱਥੇ ਰੈਸਟੋਰਾਂ ਕਿੱਥੇ ਹੈ। ਕਿਸੇ ਖੂਬਸੂਰਤ ਕੁੜੀ ਨਾਲ ਜਾਣ ਪਛਾਣ ਹੋ ਸਕਦੀ ਹੈ। ਇਹਨਾਂ ਦੇ 3 ਆਦਮੀ ਕਿਸੇ ਸ਼ੋਰ ਗੁਲ ਮਚਾਉਣ ਵਾਲੀ ਮੰਡਲੀ ਜਾਂ ਦਾਵਤ ਦੇ ਵੱਡੇ ਮੇਜ਼ਾਂ ਤੇ ਜਮ੍ਹਾਂ ਹੋਣ ਵਾਲੇ ਲੋਕਾਂ ਦੀ ਥਾਂ ਲੈ ਸਕਦੇ ਹਨ। ਦੂਜੀ ਨਸਲ, ਅਸੀਂ ਇਹਦਾ ਵੀ ਨਾਂ ਨਹੀਂ ਲਵਾਂਗੇ, ਦੇ ਲੋਕ ਸਿਨੇਮਾ ਥੀਏਟਰ ਜਾਂ ਕੰਸਰਟ ਹਾਲ ਵੱਲ ਜਾਣ ਲਈ ਉਤਾਵਲੇ ਹੁੰਦੇ ਨੇ। ਇਹਨਾਂ ਦੇ 3 ਆਦਮੀ ਜਿੱਥੇ ਹੋਣ ਉੱਥੇ ਆਰਕੈਸਟਰਾ ਬਣ ਜਾਂਦਾ ਹੈ, ਜਿੱਥੇ 5 ਹੁੰਦੇ ਨੇ ਉੱਥੇ ਨੱਚਣ ਗਾਉਣ ਵਾਲੀ ਮੰਡਲੀ। ਤੀਜੀ ਨਸਲ ਦੇ ਲੋਕ ਲਾਇਬ੍ਰੇਰੀ ਵੱਲ ਭੱਜਦੇ ਨੇ, ਇੰਸਟੀਚਿਊਟ 'ਚ ਦਾਖਲਾ ਲੈਣ ਤੇ ਖੋਜ ਪ੍ਰਬੰਧ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਸ ਨਸਲ ਦੇ 3 ਆਦਮੀ ਜਿੱਥੇ ਇਕੱਠੇ ਹੋ ਜਾਂਦੇ ਨੇ ਉੱਥੇ ਵਿਦਵਾਨ ਪਰਿਸ਼ਦ ਬਣ ਜਾਂਦੀ ਹੈ। ਚੌਥੀ ਨਸਲ, ਇਹਦਾ ਨਾਂ ਵੀ ਨਹੀਂ ਲੈਣਾ, ਦੇ ਲੋਕ ਸਿਰਫ ਇਹੀ ਸੋਚਦੇ ਨੇ ਵੀ ਕਿਸ ਤਰ੍ਹਾਂ ਕਾਰ ਖਰੀਦੀ ਜਾਏ, ਉਹ ਟੈਕਸੀ ਦੇ ਡਰਾਈਵਰ ਬਣ ਜਾਣ ਤੇ ਜੇ ਹੋਰ ਕੁਝ ਨਹੀਂ ਤਾਂ ਟ੍ਰੈਫਿਕ ਕੰਟਰੋਲ ਕਰਨ ਵਾਲੇ ਪੁਲਿਸਮੈਨ ਹੀ ਬਣ ਜਾਣ। ਇਸ ਨਸਲ ਦੇ 3 ਆਦਮੀ ਜਿੱਥੇ ਹੁੰਦੇ ਨੇ ਉੱਥੇ ਮੋਟਰਾਂ ਦਾ ਅੱਡਾ ਤੇ ਜਿੱਥੇ 5 ਹੁੰਦੇ ਨੇ ਉੱਥੇ ਟੈਕਸੀਆਂ ਦਾ ਵੱਡਾ ਸਟੈਂਡ ਬਣ ਜਾਂਦਾ ਹੈ। 5ਵੀਂ ਨਸਲ ਦੇ ਲੋਕ ਸਹਿਕਾਰੀ ਸਭਾ, ਕਿਸੇ ਦੁਕਾਨ, ਵਪਾਰ ਕੇਂਦਰ, ਢਾਬੇ ਜਾਂ ਘੱਟੋ ਘੱਟ ਸਟਾਲ ਨੂੰ ਤਰਜੀਹ ਦਿੰਦੇ ਨੇ। ਇਸ ਨਸਲ ਦੇ 3 ਵਿਅਕਤੀ ਜਿੱਥੇ ਇਕੱਠੇ ਹੋ ਜਾਂਦੇ ਨੇ ਉੱਥੇ ਡਿਪਾਰਟਮੈਂਟ ਸਟੋਰ ਬਣ ਜਾਂਦੇ ਨੇ ਤੇ ਜਿੱਥੇ 5 ਇਕੱਠੇ ਹੋ ਜਾਂਦੇ ਨੇ ਉੱਥੇ ਕਾਰਖਾਨਾ ਬਣ ਜਾਂਦਾ ਹੈ।
ਪਰ ਇਹ ਸਭ ਤਾਂ ਮਜ਼ਾਕ ਵਜੋਂ ਕਿਹਾ ਜਾਂਦਾ ਹੈ। ਭਲਾ ਕੋਈ ਇਹੋ ਜਿਹੀ ਨਸਲ ਵੀ ਹੈ ਜਿਸ ਦੇ ਮਰਦ ਲੋਕ ਖੂਬਸੂਰਤ ਮੁਟਿਆਰ ਨੂੰ ਨਾ ਚਾਹੁੰਦੇ ਹੋਣ ਜਾਂ ਰੈਸਟੋਰੈਂਟ 'ਚ ਬੈਠਣ ਦੀ ਇੱਛਾ ਨਾ ਰੱਖਦੇ।